ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰਾ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਾ, ਸ੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਕੇਤਕ ਦਿਨ ਬਿਤ ਗਏ, ਹਠ ਤੇ ਫਿਰਿਓ ਸੁਭਾਏ। ਬੜਤਾ ਪਿਤ ਕੀ ਸਿਮਰ ਉਰ, ਮਿਲਨ ਚਾਹੇ ਉਪਜਾਏ। ਪੁਨ ਕੇਤਕ ਦਿਨ ਬਿਤ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਗਰੀਬ ਨਿਵਾਜ ਦੀਨ ਦਇਆਲ 10 ਪਾਤਸ਼ਾਹੀਆਂ ਦੇ ਜੋਤ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਇਮਾਨ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਆਪ ਸੰਗਤਾਂ ਨੇ ਸਤਸੰਗਤ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਹੋਰ ਵੀ ਜੋ ਸ਼ੁਭ ਅਵਸਰ ਮਿਲ ਰਿਹਾ ਹੈ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਤਸੰਗਤ ਕਰਨ ਦਾ, ਇਸ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿਛਲੇ ਦੀਵਾਨ ਵਿੱਚ ਸੁਣਾਏ ਗਏ ਹਨ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਵੇਂ ਆਪਣੇ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਸੀ, ਉਸ ਬਾਬਤ ਕਵੀ ਜੀ ਨੇ ਦੱਸਿਆ ਹੈ ਕਿ ਜਿਸ ਵੇਲੇ ਬਾਬਾ ਰਾਮ ਕੋਇਰ ਜੀ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੇ ਨਾਮ ਭਾਈ ਗੁਰਬਖਸ਼ ਸਿੰਘ ਹੋਇਆ, ਉਹ ਕਥਾ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਸਿੰਘ ਆਦਿਕ ਗੁਰਮੁਖ ਸਿੱਖ ਸੁਣ ਰਹੇ ਸੀ। ਸੁਣਨ ਵਾਲਿਆਂ ਨੇ ਪੁੱਛਿਆ, ਮਹਾਰਾਜ ਦੀ ਕਥਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਸਾਹਿਬਜ਼ਾਦਿਆਂ ਦੀ ਪਰਖ ਕੀਤੀ ਸੀ, ਉਹ ਵੀ ਪ੍ਰਸੰਗ ਸੁਣਾਓ। ਤਾਂ ਫਿਰ ਭਾਈ ਰਾਮ ਕੋਇਰ ਜੀ ਨੇ ਉਹ ਪ੍ਰਸੰਗ ਵੀ ਸੁਣਾਇਆ ਕਿ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ
ਪਰਖ ਇਵੇਂ ਕੀਤੀ ਸੀ ਕਿ ਦੂਰ ਦਰਾਡੇ ਇਲਾਕੇ ਵਿੱਚੋਂ ਇੱਕ ਸਿੱਖ ਸੰਗਤ ਨੂੰ ਲੈ ਕੇ ਪਹੁੰਚਿਆ ਸੀ। ਉਸ ਆਗੂ ਸਿੱਖ ਨੇ ਮਹਾਰਾਜ ਸਾਹਿਬ ਜੀ ਦੇ ਪਾਸ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਕਿਸ ਸਾਹਿਬ ਜੀ ਜਿਆਦੇ ਜੀ ਨੂੰ ਆਪ ਜੀ ਨੇ ਗੁਰਿਆਈ ਬਖਸ਼ਣੀ ਹੈ। ਤਾਂ ਸਤਿਗੁਰਾਂ ਨੇ ਅਗਲੇ ਦਿਨ ਉਸ ਨੂੰ ਦੱਸਣ ਵਾਸਤੇ ਕਿਹਾ ਕਿ ਕੱਲ ਨੂੰ ਅੰਮ੍ਰਿਤ ਵੇਲੇ ਜਦੋਂ ਆਵੇਂਗਾ ਫਿਰ ਤੈਨੂੰ ਦੱਸਾਂਗੇ। ਇਵੇਂ ਹੀ ਉਹ ਮਹਾਰਾਜ ਸਾਹਿਬ ਜੀ ਦੇ ਪਾਸ ਅਗਲੀ ਸਵੇਰ ਹੋਣ ਤੇ ਪਹੁੰਚਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵਚਨ ਕਰਕੇ ਆਗਿਆ ਦੇ ਕੇ ਜਿੱਥੇ ਦੋਵੇਂ ਸਾਹਿਬਜ਼ਾਦੇ ਪਾਠ ਕਰ ਰਹੇ ਸਨ ਉਸ ਸਥਾਨ ਤੇ ਭੇਜਿਆ। ਨਾਲ ਕਿਹਾ ਕਿ ਸੂਈ ਲੈ ਜਾ। ਜਿਸ ਸਾਹਿਬਜ਼ਾਦੇ ਦੇ ਪਾਠ ਕਰਦਿਆਂ ਹੇਠਾਂ ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਸੂਈ ਖੁਬੋ ਕੇ ਜਦੋਂ ਵੇਖੇਗਾ ਤਾਂ ਜਿਹੜੇ ਪਾਵੇ ਦੇ ਵਿੱਚ ਸੂਈ ਖੁੱਭ ਜਾਵੇਗੀ ਉਹ ਸਮਝ ਲਵੇਂ ਕਿ ਉਹ ਗੁਰਿਆਈ ਦੇ ਯੋਗ ਹੋਣਗੇ। ਇਸੇ ਤਰ੍ਹਾਂ ਹੀ ਸਿੱਖ ਨੇ ਜਾ ਕੇ ਕੀਤਾ। ਪਹਿਲਾਂ ਬਾਬਾ ਰਾਮ ਰਾਏ ਜੀ ਦੇ ਪਾਸ ਜਾ ਕੇ ਪ੍ਰੇਮ ਸਹਿਤ ਗੁਰਬਾਣੀ ਦਾ ਪਾਠ ਸੁਣਿਆ। ਮੰਜੀ ਸਾਹਿਬ ਦੇ ਪਾਵੇ ਦੇ ਵਿੱਚ ਸੂਈ ਖੁਬੋਈ ਹੈ ਪਰ ਸੂਈ ਖੁਬੀ ਨਹੀਂ ਹੈ। ਉਥੋਂ ਨਮਸਕਾਰ ਕਰਕੇ ਜਿੱਥੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਠ ਕਰ ਰਹੇ ਸਨ ਉੱਥੇ ਜਾ ਕੇ ਪ੍ਰੇਮ ਨਾਲ ਕੋਲ ਬੈਠ ਕੇ ਪਾਠ ਸੁਣਿਆ ਤੇ ਫਿਰ ਮੰਜੀ ਦੇ ਪਾਵੇ 'ਚ ਸੂਈ ਖੁਬੋਈ ਹੈ ਤੇ ਨਾਲ ਹੀ ਸੂਈ ਵਿੱਚ ਮਿਲ ਗਈ ਹੈ। ਐਸਾ ਕੌਤਕ ਵਰਤਿਆ ਜਾਣ ਕੇ ਜਾਣਿਆ ਕਿ ਇਹ ਗੁਰਿਆਈ ਗੱਦੀ ਦੇ ਪ੍ਰਾਪਤ ਕਰਨ ਦੇ ਲਾਇਕ ਹਨ। ਇਸ ਪ੍ਰਕਾਰ ਸਮਝ ਕੇ ਸਤਿਗੁਰਾਂ ਦੇ ਪਾਸ ਜਾ ਕੇ ਐਸੀ ਹੀ ਜਿਹੜੀ ਪਰਖਣ ਦੀ ਵਿਚਾਰ ਹੈ, ਨਿਰਣਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਦੱਸਿਆ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਉਹ ਸਿੱਖ ਗਏ ਹੈ। ਇਵੇਂ ਹੀ ਬਾਬਾ ਰਾਮ ਰਾਏ ਜੀ ਦਿੱਲੀ ਸ਼ਹਿਰ ਦੇ ਵਿੱਚ ਰਹਿੰਦੇ ਰਹੇ। ਸਤਿਗੁਰਾਂ ਦਾ ਬਚਨ ਉਹਨਾਂ ਨੇ ਜਦੋਂ ਸੁਣਿਆ ਤਾਂ ਫਿਰ ਕੁਝ ਸਮਾਂ ਤਾਂ ਉੱਥੇ ਹੀ ਰਹੇ ਹਨ। ਜਿਵੇਂ ਕਿ ਉਹਨਾਂ ਦੀ ਪੂਜਾ ਵੀ ਵਧੀ ਹੈ। ਸਤਿਗੁਰਾਂ ਦੇ ਸਪੁੱਤਰ ਹੋਣ ਕਰਕੇ ਤੇ ਕਰਾਮਾਤਾਂ ਦਿਖਾਉਣ ਕਰਕੇ ਸਭ ਸੰਗਤਾਂ ਉਹਨਾਂ ਦੇ ਪਾਸ ਆਉਂਦੀਆਂ ਨੇ। ਜਿਵੇਂ ਗੁਰੂ ਘਰ ਦੀ ਮਰਿਆਦਾ ਹੁੰਦੀ ਹੈ ਉਸੇ ਪ੍ਰਕਾਰ ਹੀ ਸਾਰੀ ਮਰਿਆਦਾ ਉੱਥੇ ਨਿਭਾਈ ਜਾਂਦੀ ਹੈ। ਪਰ ਇੱਕ ਵੱਖਰੀ ਗੱਲ ਹੈ, ਆਪਣੇ ਆਪ ਨੂੰ ਗੁਰੂ ਜਣਾਉਣ ਵਾਸਤੇ ਵੀ ਯਤਨ ਕੀਤਾ ਜਾਂਦਾ। ਆਪਣੇ ਕੋਲ ਅਰਦਾਸਾਂ ਕਰਵਾਈਆਂ ਜਾਂਦੀਆਂ ਆਪਣੇ ਪਾਸ। ਬਾਕੀ ਦਾ ਤਾਂ ਸਭ ਗੁਰੂ ਕੀ ਮਰਿਆਦਾ ਦੇ ਅਨੁਸਾਰ ਹੁੰਦਾ ਹੈ। ਕੀਰਤਨ ਹੁੰਦਾ ਹੈ, ਪਾਸ ਰਬਾਬੀ ਸਿੱਖ ਕਰਦੇ ਹਨ, ਭੇਟਾਵਾਂ ਅਰਪਣ ਹੁੰਦੀ ਹੈ। ਸੋ ਇਸ ਪ੍ਰਕਾਰ ਦੀ ਵਿਚਾਰ ਪਿੱਛੇ ਆਪ ਸੰਗਤ ਨੇ ਸੁਣੀ ਹੈ। ਅੱਗੇ ਜਿਸ ਤਰ੍ਹਾਂ ਵਿਸਥਾਰ ਪੂਰਵਕ ਕਥਾ ਵਿਚਾਰ ਆ ਰਹੀ ਹੈ। ਬਾਬਾ ਰਾਮ ਰਾਏ ਜੀ ਜਿਵੇਂ ਸੋਚਦੇ ਹਨ ਸਤਿਗੁਰੂ ਹਰਿਰਾਏ ਸਾਹਿਬ ਪਿਤਾ ਸਤਿਗੁਰੂ ਜੀ ਵੱਲ ਆਉਣਾ, ਜਿਵੇਂ ਉਹਨਾਂ ਨੇ ਵਿਚਾਰਿਆ, ਜਿਵੇਂ ਚਾਹਿਆ ਹੈ ਕਿ ਮਹਾਰਾਜ ਸਾਹਿਬ ਜੀ ਦੇ ਪਾਸ ਜਾ ਕੇ ਭੁੱਲ ਬਖਸ਼ਾਵਾ। ਸੋ ਉਹ ਜੋ ਪ੍ਰਸੰਗ ਹੈ ਪ੍ਰੇਮ ਸਹਿਤ ਆਓ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਕੇਤਕ ਦਿਨ ਬਿਤ ਗਏ। ਫਿਰ ਇਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਸ਼ਹਿਰ ਦੇ ਵਿੱਚ ਨਿਵਾਸ ਕਰਦਿਆਂ ਹੋਇਆਂ ਕਈ ਦਿਨ ਜਦ ਬਤੀਤ ਹੋਏ। ਹਠ ਤੇ ਫਿਰਿਓ ਸੁਭਾਏ। ਤੇ ਆਪਣਾ ਜੋ ਸੁਭਾਅ ਹੈ ਹਠ ਵਾਲਾ, ਜੋ ਮਨ ਵਿੱਚ ਚਿਤਵਣੀ ਕੀਤੀ ਸੀ ਕਿ ਜੇਕਰ ਪਿਤਾ ਸਤਿਗੁਰੂ ਜੀ ਨੇ ਮੈਨੂੰ ਕਹਿ ਦਿੱਤਾ ਕਿ ਸਾਨੂੰ ਆ ਕੇ ਦਿਖਾਈ ਨਾ ਦੇਵੀਂ, ਅਸੀਂ ਤੈਨੂੰ ਨਹੀਂ ਵੇਖਣਾ, ਤੂੰ ਸਾਡੇ ਆਣ ਦਰਸ਼ਨ ਨਾ ਕਰੀ, ਨਾ ਤੈਨੂੰ ਦਰਸ਼ਨ ਦੇਣੇ। ਇਹ ਸੋਚ ਲਿਆ ਸੀ ਬਾਬਾ ਰਾਮ ਰਾਏ ਜੀ ਨੇ ਕਿ ਚਲੋ ਜੇ ਇਸ ਤਰ੍ਹਾਂ ਕਰਦੇ ਹਨ ਪਿਤਾ ਸਤਿਗੁਰੂ ਜੀ ਦਾ ਜੋ ਇਤਰਾਜ਼ ਹੈ ਮੇਰੇ ਉੱਪਰ, ਤਾਂ ਇੱਥੇ ਵੀ ਠੀਕ ਹੈ, ਇੱਥੇ ਰਹੀ ਜਾਂਦਾ ਹਾਂ। ਪਰ ਐਸਾ ਜਿਹੜਾ ਸੁਭਾਅ ਹਠ ਵਾਲਾ ਧਾਰਨ ਕੀਤਾ ਸੀ
ਸਮਾਂ ਪਾ ਕੇ ਉਸ ਵੱਲੋਂ ਸੁਭਾਅ ਤੋਂ ਗੁਰੇਜ਼ ਕੀਤਾ ਹੈ। ਬੜਤਾ ਪਿਤ ਕੀ ਸਿਮਰ ਉਰ। ਇਹ ਆਪਣੇ ਹਿਰਦੇ ਦੇ ਵਿੱਚ ਬਾਬਾ ਰਾਮ ਰਾਏ ਜੀ ਨੇ ਆਪਣੇ ਪਿਤਾ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਜੋ ਵਡਿਆਈ ਹੈ ਚੇਤੇ ਕੀਤੀ। ਮਿਲਨ ਚਾਹੇ ਉਪਜਾਏ। ਇਹ ਆਪ ਮਹਾਰਾਜ ਸਾਹਿਬ ਜੀ ਨੂੰ ਮਿਲਣ ਵਾਸਤੇ ਇੱਛਾ ਕੀਤੀ ਹੈ। ਸ਼੍ਰੀ ਸਤਿਗੁਰ ਨਿਜ ਪਿਤਾ ਕੋ। ਆਪਣੇ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕ੍ਰੋਧ ਸੁਨਿਓ ਦੁਖ ਪਾਏ। ਤੇ ਇਸ ਪ੍ਰਕਾਰ ਜਾਣਿਆ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਦੇ ਸਹਿਤ ਹੋ ਕੇ ਮੇਰੇ ਬਾਰੇ ਬਚਨ ਕਰ ਦਿੱਤਾ ਕਿ ਸਾਨੂੰ ਨਾ ਆ ਕੇ ਮਿਲੇ, ਨਾ ਆਣ ਦਿਖਾਈ ਦੇਵੇ, ਨਾ ਅਸੀਂ ਉਸ ਨੂੰ ਵੇਖਣਾ ਹੈ, ਨਾ ਸਾਡੇ ਦਰਸ਼ਨ ਕਰੇ। ਸੋ ਇਹ ਸੁਣ ਕਰਕੇ ਵਿਚਾਰ ਕੀਤੀ ਹੈ। ਵਿਚਾਰਦੇ ਹਨ, ਹੁਣ ਸਮਾਂ ਪਾ ਕੇ ਫਿਰ ਬਹੁਤ ਦੁਖੀ ਹੁੰਦੇ ਹਨ। ਕਹਾਂ ਬਾਤ ਵਿਪਰੈ ਭਈ। ਤੇ ਮਨ ਵਿੱਚ ਸੋਚਣ ਲੱਗ ਪਏ ਆ ਕਿ ਕਿਹੜੀ ਗੱਲ ਕਿ ਉਲਟ ਹੀ ਮੇਰੇ ਪਾਸੋਂ ਜੋ ਹੋ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਣੀ ਦੇ ਸ਼ਬਦ ਨੂੰ ਉਲਟਾ ਕਰਕੇ ਦੱਸਣ ਦੀ ਹੋ ਗਈ ਹੈ ਗਲਤੀ। ਨਿਸ ਦਿਨ ਬਹੁ ਪਛਤਾਏ। ਤੇ ਇਸ ਪ੍ਰਕਾਰ ਦੀ ਵਿਚਾਰ ਕਰਕੇ ਦਿਨ ਰਾਤ ਬੜਾ ਹੀ ਪਛਤਾਉਂਦੇ ਰਹਿੰਦੇ। ਚੌਪਈ ਅਬ ਕਰਤੱਬ ਹੈ ਕਿਆ ਮੋਹੀ। ਤੇ ਆਪਣੇ ਮਨ ਵਿੱਚ ਸੋਚਦੇ ਨੇ ਕਿ ਹੁਣ ਮੇਰੇ ਵਾਸਤੇ ਕਰਨ ਯੋਗ ਕਿਹੜਾ ਕਰਮ ਹੈ, ਮੈਨੂੰ ਜੋ ਕਰਨਾ ਚਾਹੀਦਾ ਹੈ। ਹਿਰਦੈ ਵਿਚਾਰਤ ਸੰਕਟ ਹੋਹੀ। ਇਹ ਹਿਰਦੇ ਵਿੱਚ ਵਿਚਾਰਦੇ ਨੇ ਤੇ ਨਾਲ ਚਿੱਤ ਦੁਖੀ ਹੁੰਦਾ ਹੈ। ਜਾਵੋਂ ਪਿਤ ਸਮੀਪ ਇੱਕ ਵਾਰੀ। ਤੇ ਇਸ ਤਰ੍ਹਾਂ ਇੱਛਾ ਕੀਤੀ ਹੈ ਕਿ ਆਪਣੇ ਪਿਤਾ ਸਤਿਗੁਰੂ ਜੀ ਦੇ ਪਾਸ ਇੱਕ ਵਾਰ ਚੱਲ ਕੇ ਮੈਂ ਜ਼ਰੂਰ ਜਾਵਾਂ। ਬਖਸ਼ਾਵੋਂ ਕਰ ਜੋਰ ਅਗਾਰੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਜਾ ਕੇ ਤੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਕੇ ਆਪ ਦੇ ਕੋਲੋਂ ਜਿਹੜੀ ਵੱਡੀ ਭੁੱਲ ਹੋਈ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਦੇ ਸ਼ਬਦ ਅੱਖਰ ਬਦਲਣ ਦੀ, ਉਹ ਭੁੱਲ ਬਖਸ਼ਾ ਲਵਾਂਗਾ। ਇਮ ਨਿਸਚੇ ਕਰਕੇ ਬਹੁ ਭਾਏ। ਤੇ ਇਸ ਤਰ੍ਹਾਂ ਬਹੁਤ ਤਰ੍ਹਾਂ ਨਾਲ ਵਿਚਾਰ ਕਰਦਿਆਂ ਹੋਇਆਂ ਬਹੁਤੇ ਪ੍ਰੇਮ ਦੇ ਸਹਿਤ ਨਿਸ਼ਚਾ ਕੀਤਾ ਹੈ ਸਤਿਗੁਰਾਂ ਨੂੰ ਮਿਲਣ ਵਾਸਤੇ। ਗੁਰ ਸੁਤ ਰਾਮ ਰਾਏ ਪਛਤਾਏ। ਤੇ ਗੁਰੂ ਕੇ ਸੁਪੁੱਤਰ ਬਾਬਾ ਰਾਮ ਰਾਏ ਜੀ ਕਵੀ ਜੀ ਦੱਸਦੇ ਹਨ ਕਿ ਬਹੁਤ ਹੀ ਪਛਤਾਵਾ ਕਰਦੇ। ਨੌਰੰਗ ਸੰਗ ਕਹਿਓ ਬਚ ਐਸੇ। ਤੇ ਇਸ ਪ੍ਰਕਾਰ ਪਛਤਾਉਂਦਿਆਂ ਹੋਇਆਂ ਆਪਣੇ ਪਿਤਾ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਣ ਵਾਸਤੇ ਤਿਆਰੀ ਕਰਨ ਲਈ ਔਰੰਗਜ਼ੇਬ ਜੋ ਬਾਦਸ਼ਾਹ ਹੈ ਉਸ ਨੂੰ ਕਿਹਾ, ਅਬ ਰੁਖਸਤ ਦੇਹੋ ਜੈਸੇ ਕੈਸੇ। ਤੇ ਔਰੰਗਜ਼ੇਬ ਨੂੰ ਆਖਿਆ ਕਿ ਜਿਵੇਂ ਕਿਵੇਂ ਵੀ ਹੋ ਸਕੇ ਮੈਨੂੰ ਹੁਣ ਇੱਥੋਂ ਜਾਣ ਦੀ ਵਿਦਾਇਗੀ ਦੇ ਦਿਓ। ਸ਼ਾਹੋ ਨ ਮਾਨੈ ਕਹੈ ਬਨਾਏ। ਤੇ ਇਸ ਤਰ੍ਹਾਂ ਉਹ ਸੁਣ ਕੇ ਬਾਬਾ ਰਾਮ ਰਾਏ ਜੀ ਤੋਂ ਸੁਣ ਕੇ ਕਹਿੰਦਾ ਹੈ ਬਣਾ ਸਵਾਰ ਕੇ ਗੱਲ, ਤੁਮਰੇ ਦਰਸ਼ਨ ਕੀ ਮੁਝ ਚਾਹੇ। ਔਰੰਗਜ਼ੇਬ ਆਖਦਾ ਹੈ ਕਿ ਤੁਹਾਡੇ ਦਰਸ਼ਨਾਂ ਦੀ ਮੈਨੂੰ ਬਹੁਤ ਹੀ ਇੱਛਾ ਰਹਿੰਦੀ ਹੈ। ਰਹੋ ਕਿਤਕ ਦਿਨ ਇਹਾਂ ਗੁਜ਼ਾਰੋ। ਤੇ ਇਸ ਲਈ ਕਈ ਦਿਨ ਹੋਰ ਵੀ ਤੁਸੀਂ ਇੱਥੇ ਰਹਿ ਕੇ ਹੀ ਗੁਜ਼ਾਰਾ ਕਰੋ, ਇੱਥੇ ਹੀ ਰਹਿ ਕੇ ਬਿਤਾਓ। ਮੋਹਿ ਹਰਖ ਕਰ ਪੁਨਹਿ ਪਧਾਰੋ। ਤੇ ਮੈਨੂੰ ਖੁਸ਼ ਕਰਕੇ ਤੇ ਫਿਰ ਇੱਥੋਂ ਤੁਸੀਂ ਜਾਇਓ। ਚਤੁਰ ਪੰਜ ਦਿਨ ਬੂਝਤ ਰਹੇ। ਤੇ ਇਸ ਤਰ੍ਹਾਂ ਔਰੰਗਜ਼ੇਬ ਦੇ ਕੋਲੋਂ ਵਿਦਾਇਗੀ ਲੈਣ ਵਾਸਤੇ ਬਾਬਾ ਰਾਮ ਰਾਏ ਜੀ 4-5 ਦਿਨ ਪੁੱਛਦੇ ਰਹੇ ਹਨ। ਰੁਖਸਤ ਕਰਨ ਸ਼ਾਹੁ ਨਹਿ ਕਹੇ। ਤੇ ਔਰੰਗਜ਼ੇਬ ਨੇ ਸਤਿਗੁਰਾਂ ਦੇ ਪੁੱਤਰ ਨੂੰ ਜਾਣ ਵਾਸਤੇ ਆਗਿਆ ਨਹੀਂ ਦਿੱਤੀ। ਤਬ ਸ਼੍ਰੀ ਰਾਮ ਰਾਏ ਅਕੁਲਾਏ। ਤਾਂ ਫਿਰ ਆਪਣਾ ਚਿੱਤ ਬਾਬਾ ਰਾਮ ਰਾਏ ਜੀ ਦਾ ਵਿਆਕੁਲ ਹੋ ਗਿਆ। ਹਮਹਿ ਜ਼ਰੂਰ ਬਨਹਿ ਤਹਿ ਜਾਏ। ਮਨ ਵਿੱਚ ਸੋਚਿਆ ਕਿ ਮੇਰਾ ਜ਼ਰੂਰ ਹੀ ਜਾਣਾ ਬਣਦਾ ਹੈ ਪਿਤਾ ਸਤਿਗੁਰਾਂ ਪਾਸ। ਇੱਕ ਦਿਨ ਸ਼ਾਹੁ ਸ਼ਿਕਾਰ ਸਿਧਾਇਓ। ਤੇ ਇੱਕ ਦਿਨ ਔਰੰਗਜ਼ੇਬ ਬਾਦਸ਼ਾਹ ਜੋ ਸ਼ਿਕਾਰ ਵਾਸਤੇ ਤੁਰਨ ਲੱਗਾ ਸੀ, ਬੋਲ ਗੁਰੂ ਸੁਤ ਸੰਗ ਰਲਾਇਓ। ਇਹ ਸਤਿਗੁਰਾਂ ਦੇ ਸੁਪੁੱਤਰ ਨੂੰ ਸੱਦ ਕੇ ਆਪਣੇ ਨਾਲ ਉਸਨੇ ਮਿਲਾ ਲਿਆ ਲਿਜਾਣ ਵਾਸਤੇ। ਜਹਾਂ ਸ਼ਿਕਾਰ ਗਾਹ ਤਹਿ ਗਏ। ਤੇ ਜਿੱਥੇ ਸ਼ਿਕਾਰ ਗਾਹ ਹੈ
ਜਿਸ ਥਾਂ ਤੇ ਜਾ ਕੇ ਸ਼ਿਕਾਰ ਕਰਨਾ ਉਸ ਥਾਂ ਪਹੁੰਚੇ ਹਨ। ਜੀਵ ਘਾਤ ਹਿਤ ਵਿਚਰਤ ਤੇ ਭਏ। ਜੀਵਾਂ ਨੂੰ ਮਾਰਨ ਵਾਸਤੇ ਉੱਥੇ ਫਿਰਦੇ ਰਹੇ ਹਨ। ਤਬ ਸ਼੍ਰੀ ਰਾਮ ਰਾਏ ਰਿਸ ਆਈ। ਤੇ ਬਾਬਾ ਰਾਮ ਰਾਏ ਜੀ ਦੇ ਹਿਰਦੇ ਦੇ ਵਿੱਚ ਵੀ ਰਸ ਪ੍ਰਗਟ ਹੋਇਆ ਮਹਾ ਘਟਾ ਕਨ ਕੀ ਕੁਮੜਾਈ। ਤੇ ਬਹੁਤ ਗੁੱਸਾ ਆਇਆ ਕਿ ਮੈਂ ਇਸ ਨੂੰ ਕਿਹਾ ਹੈ ਜਾਣ ਵਾਸਤੇ ਕਿ ਮੈਨੂੰ ਇੱਥੋਂ ਜਾਣ ਦੀ ਵਿਦਾਇਗੀ ਦੇ ਦੇ, ਪਰ ਇਸਨੇ ਦਿੱਤੀ ਨਹੀਂ ਹੈ ਤੇ ਆਪਣੀ ਮਰਜ਼ੀ ਦੇ ਨਾਲ ਮੈਨੂੰ ਲਈ ਫਿਰਦਾ ਹੈ। ਇਸ ਲਈ ਉਸ ਸਮੇਂ ਜੋ ਮਨ ਵਿੱਚ ਸੋਚਿਆ ਸੀ ਸੋ ਉਸ ਅਨੁਸਾਰ ਬਦਲਾਂ ਦੀ ਬਹੁਤੀ ਘਟਾ ਚੜ ਆਈ ਅਧਿਕ ਬੇਗ ਤੇ ਪਵਨ ਚਲਾਇਓ। ਤੇ ਬਹੁਤੀ ਤੇਜ਼ੀ ਦੇ ਨਾਲ ਉਸ ਵੇਲੇ ਹਨੇਰੀ ਬਾਬਾ ਜੀ ਨੇ ਸੋਚ ਕੇ ਚਲਾ ਦਿੱਤੀ ਹੈ। ਮਹਾ ਧੂਲ ਜੁਤ ਡਰ ਉਪਜਾਇਓ। ਤੇ ਬਹੁਤੀ ਧੂੜੀ ਦੇ ਸਹਿਤ ਹੈ ਉਹ ਤੇਜ਼ ਹਨੇਰੀ ਚੱਲਦੀ ਹੈ, ਜਿਸ ਦੇ ਚੱਲਣ ਤੇ ਜਿਹੜੇ ਵੀ ਉਸ ਵੇਲੇ ਲੋਕ ਹਨ, ਔਰੰਗਜ਼ੇਬ ਹੈ ਔਰ ਉਸ ਦੇ ਸਿਪਾਹੀ, ਉਸ ਦੀਆਂ ਫੌਜਾਂ ਨੇ, ਸਭਨਾਂ ਨੂੰ ਬੜਾ ਡਰ ਲੱਗਿਆ। ਔਰਨ ਕੀ ਬਰਖਾ ਵੱਡ ਭਈ। ਤੇ ਬਹੁਤੀ ਹੀ ਜੋ ਗੜਿਆਂ ਦੀ ਵੀ ਵਰਖਾ ਹੋਣ ਲੱਗ ਪਈ। ਲਗਹਿ ਦੇਹ ਪਰ ਪੀਰਾ ਲਈ। ਤੇ ਇਹ ਔਰੰਗਜ਼ੇਬ ਦੇ ਸਮੇਤ ਇਹਦੇ ਅਹਿਲਕਾਰਾਂ ਤੇ ਇਸ ਦੇ ਸਿਪਾਹੀਆਂ ਦੇ ਬਹੁਤੀ ਹੀ ਉਹਨਾਂ ਨੂੰ ਪੀੜਾ ਹੋਈ ਹੈ ਗੜੇ ਵੱਜਣ ਨਾਲ। ਅਵਰੰਗ ਕਹੂੰ ਮਹਿਦ ਅਕੁਲਾਵਾ। ਤੇ ਕਿਤੇ ਇੱਧਰ ਉੱਧਰ ਫਿਰਦਾ ਹੋਇਆ ਔਰੰਗਜ਼ੇਬ ਬੜਾ ਹੀ ਦੁਖੀ ਹੋ ਗਿਆ। ਲਸ਼ਕਰ ਭਰਿਓ ਮਹਾ ਦੁਖ ਪਾਵਾ। ਲਸ਼ਕਰ ਭਗਿਓ ਮਹਾ ਦੁਖ ਪਾਵਾ। ਤੇ ਇਹਦੀ ਫੌਜ ਦਾ ਜਿਹੜਾ ਲਸ਼ਕਰ ਹੈ ਉਹ ਡਰਦਾ ਮਾਰਾ ਉੱਥੋਂ ਭੱਜ ਗਿਆ ਹੈ ਤੇ ਇਹ ਇਕੱਲਾ ਰਹਿ ਗਿਆ। ਔਰੰਗਜ਼ੇਬ ਬੜਾ ਹੀ ਦੁਖੀ ਹੋਇਆ। ਨਹੀਂ ਸਾਹ ਕਿਤ ਪਾਏ ਬਠੌਰ। ਤੇ ਕਿਸੇ ਥਾਂ ਤੇ ਇਸ ਨੂੰ ਸੁਖ ਵਾਲੀ ਥਾਂ, ਜਿੱਥੇ ਕਿ ਗੜਿਆਂ ਤੋਂ, ਹਨੇਰੀ ਤੋਂ ਮਿੱਟੀ ਘਟਾ ਜੋ ਉੱਡ ਰਿਹਾ ਅੱਖਾਂ ਵਿੱਚ ਵੀ ਪੈਂਦਾ ਹੈ, ਇਸ ਦਾ ਬਚਾਅ ਹੋ ਸਕੇ, ਕੋਈ ਐਸੀ ਜਗ੍ਹਾ ਨਹੀਂ ਹੈ। ਪਵਨ ਧੂਲ ਔਰਨ ਤੇ ਬੌਰ। ਤੇ ਬਹੁਤੀ ਹਵਾ ਚੱਲਣ ਨਾਲ, ਧੂੜੀ ਮਿੱਟੀ ਉੱਡਣ ਦੇ ਨਾਲ ਤੇ ਗੜੇ ਪੈਣ ਦੇ ਨਾਲ ਇਸ ਪ੍ਰਕਾਰ ਜਾਣੋ ਕਿ ਇਹ ਕਮਲਾ ਹੀ ਹੋ ਗਿਆ ਔਰੰਗਜ਼ੇਬ। ਜਹ ਸ਼੍ਰੀ ਰਾਮ ਰਾਏ ਥਿਰ ਰਹੇ। ਤੇ ਜਿਸ ਥਾਂ ਤੇ ਬਾਬਾ ਰਾਮ ਰਾਏ ਜੀ ਟਿਕੇ ਹੋਏ ਹਨ ਤਹ ਨਹਿ ਓਰਾ ਪਵਨ ਨ ਬਹੇ। ਤੇ ਉਥੇ ਕੋਈ ਗੜਾ ਨਹੀਂ ਪੈ ਰਿਹਾ, ਨਾ ਹੀ ਉਥੇ ਤੇਜ਼ ਹਨੇਰੀ ਦਾ ਹੀ ਕੋਈ ਅਸਰ ਹੈ ਵਗਣ ਦਾ। ਕਿਤਕ ਕਾਲ ਲਓ ਇਤ ਉਤ ਫਿਰ ਤੇ ਕੈ। ਕਿੰਨਾ ਸਮਾਂ ਇੱਧਰ ਉੱਧਰ ਪਹਿਲਾਂ ਔਰੰਗਜ਼ੇਬ ਨੇ ਫਿਰਨ ਦਾ ਯਤਨ ਕੀਤਾ ਆਵਤ ਭਾਸ ਮੀਪ ਸੁਤ ਗੁਰ ਕੈ। ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਦੇ ਕੋਲ ਪਹੁੰਚ ਗਿਆ ਔਰੰਗਜ਼ੇਬ। ਦੇਖ ਸ਼ਾਹੋ ਨੇ ਹਿਰਦੇ ਵਿਚਾਰਾ। ਤੇ ਸਤਿਗੁਰਾਂ ਦੇ ਪੁੱਤਰ ਵੱਲ ਵੇਖ ਕੇ ਆਪਣੇ ਮਨ ਵਿੱਚ ਔਰੰਗਜ਼ੇਬ ਸੋਚਣ ਲੱਗਾ। ਇਨਹੋ ਕ੍ਰੋਧ ਕੁਛ ਮੋਹ ਪਰ ਧਾਰਾ। ਤੇ ਇਸਨੇ ਸੋਚਿਆ ਹੈ ਕਿ ਇਹਨਾਂ ਨੇ ਮੇਰੇ ਉੱਪਰ ਜਾਪਦਾ ਕੁਝ ਗੁੱਸਾ ਕੀਤਾ ਹੈ ਰੁਖਸਤ ਮੰਗਤ ਮੈਂ ਨਹਿ ਦੀਨ। ਤੇ ਇਹ ਮੇਰੇ ਕੋਲੋਂ ਵਿਦਾਇਗੀ ਮੰਗਦੇ ਰਹੇ ਆ ਤੇ ਮੈਨੂੰ ਕਹਿੰਦੇ ਰਹੇ ਆ ਕਿ ਸਾਨੂੰ ਜਾਣ ਦੀ ਵਿਦਾਇਗੀ ਦੇ ਦੇ, ਪਰ ਮੈਂ ਦਿੱਤੀ ਨਹੀਂ ਹੈ। ਜਾਂ ਤੇ ਮਮ ਐਸੀ ਗਤ ਕੀਨ। ਤੇ ਇਸੇ ਕਰਕੇ ਹੀ ਇਹਨਾਂ ਨੇ ਇਸ ਤਰ੍ਹਾਂ ਦੀ ਹੁਣ ਮੇਰੀ ਹਾਲਤ ਦਸ਼ਾ ਕਰ ਦਿੱਤੀ ਹੈ। ਨਮਰ ਹੋਏ ਕਰ ਬਾਕ ਬਖਾਨਾ। ਤੇ ਨਿਮਰਤਾ ਸਹਿਤ ਹੋ ਕੇ ਫਿਰ ਇਸ ਪ੍ਰਕਾਰ ਬਾਬਾ ਰਾਮ ਰਾਏ ਜੀ ਨੂੰ ਇਹ ਔਰੰਗਾ ਕਹਿਣ ਲੱਗਾ ਏ। ਸ਼ੌਂਕ ਦਰਸ ਕੋ ਮੋਹਿ ਮਹਾਨਾ। ਕਹਿੰਦਾ ਹੈ ਕਿ ਗੁਰੂ ਕੇ ਪੁੱਤਰ ਜੀ, ਮੈਨੂੰ ਬਹੁਤਾ ਜ਼ਿਆਦਾ ਤੁਹਾਡੇ ਦਰਸ਼ਨ ਕਰਨ ਦਾ ਸ਼ੌਕ ਹੈ। ਜਾਂ ਤੇ ਮੈਂ ਰੁਖਸਤ ਨਹੀਂ ਕਰੇ। ਰੁਖਸਤ ਇਸ ਕਰਕੇ ਮੈਂ ਤੁਹਾਨੂੰ ਵਿਦਾ ਨਹੀਂ ਸੀ ਕਰਦਾ ਤੇ ਤੁਹਾਨੂੰ ਜਾਣ ਵਾਸਤੇ ਨਹੀਂ ਮੈਂ ਕਿਹਾ ਕਿ ਤੁਸੀਂ ਇੱਥੋਂ ਜਾ ਸਕਦੇ ਹੋ, ਨਹੀਂ ਆਖਿਆ। ਅਬ ਤਿਮ ਕਰੋ ਜਥਾ ਔਰ ਧਰੇ। ਤੇ ਹੁਣ ਮੈਨੂੰ ਸਮਝ ਆ ਗਈ ਆ ਕਿ ਜਿਸ ਤਰ੍ਹਾਂ ਤੁਹਾਡੇ ਹਿਰਦੇ ਦੇ ਵਿੱਚ ਖਿਆਲ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਕਰਨਾ ਚਾਹੀਦਾ। ਮੈਨੂੰ ਵਿਦਾਇਗੀ ਦੇ ਦੇਣੀ ਚਾਹੀਦੀ ਹੈ। ਇਸ ਲਈ ਮੈਂ ਕਹਿੰਦਾ ਹਾਂ ਜਿਵੇਂ ਤੁਹਾਡਾ ਮਨ ਕਰਦਾ ਤਿਵੇਂ ਕਰੋ। ਪੁਨ ਤੂਰਨ ਹੀ ਦਰਸ਼ਨ ਦੀਜੈ। ਤੇ ਫਿਰ ਛੇਤੀ ਹੀ ਆਣ ਕੇ ਮੈਨੂੰ ਦਰਸ਼ਨ ਦੇਣਾ ਕਰਿਓ। ਆਪਣੇ ਸਦਨ ਵਿਖੈ ਗਮਨੀਜੈ। ਤੇ ਆਪਣੇ ਘਰ ਨੂੰ ਹੁਣ ਤੁਸੀਂ ਚਲੇ ਜਾਓ।
ਤਬ ਸ਼੍ਰੀ ਰਾਮ ਰਾਏ ਮੁਸਕਾਨੇ। ਇਸ ਤਰ੍ਹਾਂ ਔਰੰਗਜ਼ੇਬ ਤੋਂ ਸੁਣ ਕੇ ਬਾਬਾ ਰਾਮ ਰਾਏ ਜੀ ਖੁਸ਼ ਹੋਏ ਤੁਬ ਮਨ ਬਹੁ ਹੰਕਾਰ ਕੋ ਠਾਨੇ। ਤੇ ਕਹਿਣ ਲੱਗਿਆ ਕਿ ਬਾਦਸ਼ਾਹ ਤੂੰ ਆਪਣੇ ਮਨ ਵਿੱਚ ਬੜਾ ਹੰਕਾਰ ਕੀਤਾ ਸੀ ਜਿਸ ਸੈਨਾ ਤੇ ਲਖੈ ਤੇ ਵਡੇਰੇ। ਜਿਸ ਸੈਨਾ ਦੇ ਬਲ ਕਰਕੇ ਬਹੁਤੀਆਂ ਫੌਜਾਂ ਕੋਲ ਹੋਣ ਕਰਕੇ ਤੂੰ ਖੁਦ ਨੂੰ ਵੱਡਾ ਜਾਣਦਾ ਹੈ ਸੋ ਅਬ ਕਹਾਂ ਨ ਦੀਖਤ ਨੇਰੇ। ਤੇ ਦੱਸ ਖਾਂ ਭਲਾ ਉਹ ਫੌਜਾਂ ਹੁਣ ਕਿੱਥੇ ਨੇ? ਹੁਣ ਨੇੜੇ ਤੇਰੇ ਦਿਸ ਨਹੀਂ ਰਹੀਆਂ ਹਨ। ਜਾਂ ਤੇ ਸਭ ਖੁਦਾਏ ਕੇ ਹਾਥ। ਤੇ ਇਸ ਕਰਕੇ ਜਾਣ ਲੈ ਕਿ ਜੋ ਖੁਦਾ ਪਰਮੇਸ਼ਰ ਹੈ ਉਸ ਦੇ ਹੀ ਸਭ ਕੁਝ ਹੱਥ ਵਿੱਚ ਹੈ। ਕਹਾਂ ਹੋਏ ਧਨ ਦਲ ਬਲ ਸਾਥ। ਤੇ ਜਿਵੇਂ ਧਨ ਵੀ ਤੇਰੇ ਕੋਲ ਬਹੁਤ ਹੈ ਤੇ ਫੌਜਾਂ ਦਾ ਦਲ ਵੀ ਵੱਡਾ ਹੈ ਔਰ ਬਲ ਵੀ ਤੇਰਾ ਬਹੁਤ ਮਹਾਨ ਮੰਨਿਆ ਜਾਂਦਾ ਹੈ, ਉਸ ਨਾਲ ਹੁਣ ਤੈਨੂੰ ਕੀ ਸੁਖ ਪ੍ਰਾਪਤ ਹੋ ਰਿਹਾ ਹੈ? ਅਬ ਹਮ ਪਿਤ ਸਤਗੁਰ ਟਿਕ ਜਾਵੈ। ਤੇ ਹੁਣ ਐ ਬਾਦਸ਼ਾਹ ਅਸੀਂ ਸਤਿਗੁਰੂ ਮਹਾਰਾਜ ਜੋ ਸਾਡੇ ਪਿਤਾ ਹਨ ਉਹਨਾਂ ਦੇ ਪਾਸ ਜਾਵਾਂਗੇ ਦਰਸ਼ਨ ਦੇਖਹਿ ਸੀਸ ਤੇ ਨਿਭਾਵੈ। ਪਿਤਾ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਜਾ ਕੇ ਦਰਸ਼ਨ ਕਰਾਂਗੇ, ਸਿਰ ਝੁਕਾ ਕੇ ਨਮਸਕਾਰ ਕਰਾਂਗੇ। ਦਾਤਾ ਸਾਸ ਗਿਰਾਸ ਹਮਾਰੋ। ਜਿਹੜੇ ਮੇਰੇ ਪਿਤਾ ਸਤਿਗੁਰੂ ਮਹਾਰਾਜ ਜੀ ਸਵਾਸ ਗ੍ਰਾਸ ਦੇ ਸੁਖ ਦੇ ਔਰ ਪਦਾਰਥਾਂ ਦੇ ਮੇਰੇ ਲਈ ਦਾਤਾ ਹਨ ਸਰਬ ਭਾਂਤ ਸਮਰਥ ਗੁਰ ਭਾਰੋ। ਤੇ ਸਭ ਤਰ੍ਹਾਂ ਕਰਕੇ ਮੇਰੇ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਰੀ ਸਤਿਗੁਰੂ ਸਮਰੱਥ ਹਨ। ਪੁਰ ਦਿੱਲੀ ਮਹਿ ਤਬ ਚਲ ਤੇ ਆਏ। ਇਸ ਪ੍ਰਕਾਰ ਬਚਨ ਕੀਤੇ ਹੈ ਤੇ ਫਿਰ ਚੱਲ ਕੇ ਦਿੱਲੀ ਸ਼ਹਿਰ ਨੂੰ ਆ ਗਏ ਹਨ। ਸ਼ਾਹੋ ਪਦਾਰਥ ਬਹੁ ਅਰ ਪਾਏ। ਤੇ ਔਰੰਗਜ਼ੇਬ ਨੇ ਜਾਣਿਆ ਕਿ ਇਹਨਾਂ ਨੇ ਮੇਰੇ ਪਾਸੋਂ ਹੁਣ ਜਾਣਾ ਹੈ, ਆਪਣੇ ਨਗਰ ਵੱਲ ਨੂੰ ਚੱਲੇ ਹਨ। ਇਸ ਲਈ ਇਹ ਜਾਣ ਕੇ ਉਸਨੇ ਬਹੁਤੇ ਪਦਾਰਥ ਭੇਟਾ ਕੀਤੇ ਜੋ ਬਹੁ ਮੋਲੇ ਬਸਤਰ ਅਭਰਨ। ਤੇ ਜਿਹੜੇ ਬਹੁਤੇ ਮੁੱਲ ਵਾਲੇ ਹਨ ਬਸਤਰ ਤੇ ਆਭਰਨ ਗਹਿਣੇ ਆਦਿਕ ਉਹ ਵੀ ਦਿੱਤੇ ਨੇ। ਦੀਏ ਸ਼ਾਹ ਹਿਤ ਰੁਖਸ਼ਦ ਕਰਨ। ਤੇ ਰੁਖਸਦ ਕਰਨ ਵਾਸਤੇ ਵਿਦਾ ਕਰਨ ਵਾਸਤੇ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਭੇਟਾ ਕੀਤੇ ਨੇ। ਦਰਬ ਤੁਰੰਗਮ ਬ੍ਰਿੰਦ ਤੇ ਪਠਾਏ। ਹੋਰ ਬਹੁਤ ਸਾਰਾ ਧਨ ਵੀ ਦਿੱਤਾ ਤੇ ਘੋੜੇ ਆਦਿਕ ਵੀ ਬਹੁਤ ਸਾਰੇ ਜਿਹੜੇ ਹੈ ਬਾਬਾ ਰਾਮ ਰਾਏ ਜੀ ਦੇ ਪਾਸ ਡੇਰੇ ਵਿੱਚ ਭੇਜੇ। ਗੁਰ ਨੰਦਨ ਡੇਰੇ ਕਹੋ ਆਏ। ਤੇ ਗੁਰੂ ਕੇਸ ਪੁੱਤਰ ਬਾਬਾ ਰਾਮ ਰਾਏ ਜੀ ਆਪਣੇ ਡੇਰੇ ਨੂੰ ਆ ਗਏ ਹਿਰਦਾ ਉਦਾਸ ਬਹੁਤ ਜਿਨ ਤੇ ਕੇਰਾ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਆਪਣੇ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਨਾਰਾਜ਼ਗੀ ਕਰਕੇ ਬਹੁਤਾ ਹੀ ਜੋ ਉਦਾਸ ਹੈ ਚਿੱਤ ਹਰਖ ਨ ਕਰਹਿ ਕਬਹੂ ਤਿਸ ਬੇਰਾ। ਤੇ ਉਦਾਸੀ ਹੈ ਹਿਰਦੇ ਵਿੱਚ ਤੇ ਕਿਸੇ ਵੇਲੇ ਵੀ ਹੁਣ ਖੁਸ਼ੀ ਨਹੀਂ ਹੋ ਰਹੀ। ਸਕਲ ਸਮਾਜ ਤਹਾਂ ਹੀ ਛੋਰਾ। ਤੇ ਇਸ ਕਰਕੇ ਦਿੱਲੀ ਦੇ ਵਿੱਚ ਆਪਣੇ ਡੇਰੇ ਵਿਖੇ ਜਿੰਨਾ ਵੀ ਸਾਜੋ ਸਮਾਨ ਇਕੱਠਾ ਹੋਇਆ ਉੱਥੇ ਹੀ ਛੱਡ ਦਿੱਤਾ ਲੈ ਕਰ ਸੰਗ ਆਪਨੇ ਥੋਰਾ। ਤੇ ਆਪਣੇ ਨਾਲ ਕੁਝ ਕੁ ਸਾਜੋ ਸਮਾਨ ਲਿਆ ਹੈ ਦਿੱਲੀ ਪੁਰ ਨਿਜ ਸਿੱਖ ਟਿਕਾਏ। ਤੇ ਆਪਣੇ ਸਿੱਖ ਸੇਵਕ ਜਿਹੜੇ ਨੇ ਉਹ ਦਿੱਲੀ ਸ਼ਹਿਰ ਵਿੱਚ ਹੀ ਟਿਕਾ ਦਿੱਤੇ ਰਾਖਿਓ ਸਭ ਸਮਾਜ ਤੇ ਸਮੁਦਾਏ। ਜਿੰਨਾ ਵੀ ਸਭ ਸਾਜੋ ਸਮਾਨ ਹੈ ਸਭ ਜਿੰਨੇ ਜੋ ਸੇਵਾਦਾਰ ਹਨ ਉਥੇ ਹੀ ਟਿਕਾ ਕੇ ਰੱਖੇ ਹਨ। ਅਲਪ ਨਰਨ ਸੋ ਕੀਨ ਸਪਿਆਨਾ। ਤੇ ਕੁਝ ਕੁ ਸੇਵਕ ਆਪਣੇ ਨਾਲ ਲਏ ਹੈ ਉਹਨਾਂ ਦੇ ਸਮੇਤ ਹੋ ਕੇ ਦਿੱਲੀ ਤੋਂ ਚੱਲ ਪਏ ਚਲਤ ਬਿਸੂਰਤ ਹਿਰਦੇ ਮਹਾਨਾ। ਤੇ ਦਿੱਲੀ ਸ਼ਹਿਰ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਂਦਿਆਂ ਹੋਇਆ ਆਪਣੇ ਹਿਰਦੇ ਦੇ ਵਿੱਚ ਬਹੁਤਾ ਹੀ ਝੂਰਦੇ ਨੇ। ਮਾਰਗ ਆਵਤ ਕੀਰਤਪੁਰ ਕੇ। ਤੇ ਸ੍ਰੀ ਕੀਰਤਪੁਰ ਸਾਹਿਬ ਨੂੰ ਆਉਣ ਵਾਸਤੇ ਉਸ ਰਸਤੇ ਵਿੱਚ ਆ ਰਹੇ ਨੇ ਹਿਰਦੇ ਵਿਚਾਰਤ ਚਰਤ ਜੇ ਗੁਰ ਕੇ। ਤੇ ਆਪਣੇ ਹਿਰਦੇ ਦੇ ਵਿੱਚ ਆਪਣੇ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੌਤਕਾਂ ਦੀ ਵਿਚਾਰ ਕਰੀ ਜਾਂਦੇ ਆ। ਕ੍ਰਮ ਤੇ ਕਰਿਓ ਉਲੰਘਨ ਸਾਰੋ। ਤੇ ਪੜਾ ਦਰ ਪੜਾ ਕਰਦਿਆਂ ਹੋਇਆ ਵੱਖ-ਵੱਖ ਜਗ੍ਹਾ ਤੇ ਰਾਹ ਵਿੱਚ ਟਿਕਾਣੇ ਕਰਦਿਆਂ ਹੋਇਆ ਸਾਰਾ ਰਸਤਾ ਉਲੰਘਿਆ ਹੈ। ਦਵਾਦਸ਼ ਕੋਸ ਪੰਥ ਰਹਿ ਸਾਰੋ। ਤੇ ਜਦੋਂ ਕਿ 12 ਕੋਹ ਦਾ ਹੀ ਰਸਤਾ ਰਹਿ ਗਿਆ 12 ਕੋਹ ਦੀ ਦੂਰੀ ਰਹਿ ਗਈ ਹੈ ਸ੍ਰੀ ਕੀਰਤਪੁਰ ਸਾਹਿਬ ਤੋਂ ਡੇਰਾ ਕਰਿਓ ਟਿਕਾਵਨ ਤਹੀਂ। ਤਾਂ ਇੰਨੀ ਵਿੱਥ ਤੇ ਆਪਣਾ ਡੇਰਾ ਉੱਥੇ ਹੀ ਟਿਕਾ ਲਿਆ ਗੁਰਬਚ ਕੋ ਚਿਤਵਿਓ ਚਿਤ ਮਹੀ। ਕਿਉਂਕਿ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹੈ
ਤੇ ਉਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਕੇ ਮੁਖ ਨਾ ਦਿਖਾਵੋ ਆਪਣੋ ਆਏ। ਕਿਉਂ ਮਹਾਰਾਜ ਸਾਹਿਬ ਨੇ ਇਹ ਬਚਨ ਜੋ ਕੀਤੇ ਨੇ ਕਿ ਆਪਣਾ ਮੁਖ ਨਾ ਪੁੱਤਰਾ ਸਾਨੂੰ ਵਿਖਾਵੀਂ ਆ ਕੇ, ਜਾਂ ਤੇ ਨਹਿ ਗਮਨਿਓ ਅਗਵਾਏ। ਤੇ ਇਸ ਲਈ ਇਸ ਬਚਨ ਨੂੰ ਚੇਤੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਸ੍ਰੀ ਕੀਰਤਪੁਰ ਸਾਹਿਬ ਨੂੰ ਨਹੀਂ ਤੁਰੇ, 12 ਕੋਹ ਦੀ ਵਿੱਥ ਤੇ ਹੀ ਡੇਰਾ ਕਰਕੇ ਰੱਖ ਲਿਆ। ਹਿਰਦੈ ਵਿਖੇ ਗਿਨ ਗਿਨ ਬਹੁ ਗਿਣਤੀ। ਤੇ ਆਪਣੇ ਹਿਰਦੇ ਦੇ ਵਿੱਚ ਅਨੇਕਾਂ ਹੀ ਵਿਚਾਰਾਂ ਕਰ ਕਰਕੇ ਕਰਦੇ ਹਨ, ਸੋਚਦੇ ਨਿਰਣਾ ਕਰਦੇ ਨੇ। ਲਿਖੀ ਪੱਤਰਕਾ ਨਿਜ ਕਰ ਬਿਨਤੀ। ਤੇ ਵਿਚਾਰ ਕਰ ਕਰਕੇ ਆਪਣੀ ਵੱਲੋਂ ਬੇਨਤੀ ਕਰਕੇ ਚਿੱਠੀ ਲਿਖੀ ਹੈ ਸਤਿਗੁਰਾਂ ਵੱਲ ਨੂੰ। ਰਾਵਰ ਕੀ ਆਗਿਆ ਜਿਮ ਹੋਏ। ਤੇ ਇਸ ਪ੍ਰਕਾਰ ਮਨ ਵਿੱਚ ਵਿਚਾਰਿਆ ਤੇ ਬੇਨਤੀ ਲਿਖੀ ਕਿ ਇਹ ਪਿਤਾ ਸਤਿਗੁਰੂ ਮਹਾਰਾਜ ਆਪ ਜੀ ਦੀ ਜਿਵੇਂ ਆਗਿਆ ਹੋਵੇ। ਕਰੀ ਜਾਏ ਸਭ ਹੂੰ ਤੇ ਸੋਏ। ਸਤਿਗੁਰੂ ਜੀਓ ਜਿਵੇਂ ਆਪ ਜੀ ਦੀ ਆਗਿਆ ਹੋਈ ਹੈ ਉਸੇ ਤਰ੍ਹਾਂ ਹੀ ਮੈਂ ਸਭਨਾਂ ਦੇ ਨਾਲੋਂ ਵੱਧ ਕਰਕੇ ਉਥੇ ਹੀ ਆਗਿਆ ਦੇ ਅਨੁਸਾਰ ਹੀ ਸ਼ਕਤੀ ਕਰਾਮਾਤ ਦਿਖਾ ਕੇ ਗੁਰੂ ਘਰ ਦੀ ਵਡਿਆਈ ਕਾਇਮ ਰੱਖਣ ਵਾਸਤੇ ਯਤਨ ਕੀਤਾ ਸੀ। ਬਿਨ ਮਰਜ਼ੀ ਮੈਂ ਨਿਕਟ ਨ ਆਇਓ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਤੁਹਾਡੀ ਮਰਜ਼ੀ ਤੋਂ ਬਗੈਰ ਮੈਂ ਤੁਹਾਡੇ ਕੋਲ ਨਹੀਂ ਪਹੁੰਚਿਆ। ਦਰਸ਼ਨ ਕੋ ਹੀਰਾ ਲਲਚਾਇਓ। ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਹੁਣ ਮੇਰਾ ਹਿਰਦਾ ਲਲਚਾਇਆ ਹੈ। ਜਿਮ ਆਇਸ ਅਬ ਤੈਸੇ ਕਰੋ। ਤੇ ਜਿਵੇਂ ਆਪ ਜੀ ਦੀ ਆਗਿਆ ਹੋਵੇ ਹੁਣ ਉਸੇ ਤਰ੍ਹਾਂ ਮੈਂ ਕਰਾਂਗਾ। ਆਪਣੋ ਦੋਸ਼ ਆਪ ਹੀ ਭਰੋ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਦੋਸ਼ੀ ਹਾਂ ਪਿਤਾ ਜੀ, ਤੇ ਇਸ ਕਰਕੇ ਆਪਣੇ ਦੋਸ਼ ਦੀ ਜਿਹੜੀ ਸਜ਼ਾ ਹੈ ਉਹ ਆਪ ਹੀ ਮੈਂ ਭੁਗਤ ਰਿਹਾ ਹਾਂ। ਤੁਹਾਡੇ ਬਚਨ ਹੋ ਗਏ ਨੇ ਕਿ ਦੂਰ ਰਹਿ ਸਾਥੋਂ, ਸਾਡੇ ਕੋਲ ਨਾ ਆਵੀਂ, ਅਸੀਂ ਨਹੀਂ ਤੈਨੂੰ ਵੇਖਣਾ, ਨਹੀਂ ਦਰਸ਼ਨ ਤੈਨੂੰ ਦੇਣੇ। ਮਹਾਰਾਜ ਐਸੇ ਬਚਨ ਹੋਣ ਕਰਕੇ ਜੋ ਇਹ ਕੀਤੇ ਦੀ ਸਜ਼ਾ ਮੈਂ ਭੁਗਤ ਰਿਹਾ ਹਾਂ। ਇਤਿਆਦਿਕ ਲਿਖ ਪੱਤਰ ਪਠਾਈ। ਤੇ ਇਸ ਪ੍ਰਕਾਰ ਜੋ ਚਿੱਠੀ ਲਿਖੀ ਹੈ ਬੇਨਤੀਆਂ ਵਿੱਚ ਲਿਖੀਆਂ ਨੇ, ਤੇ ਉਹ ਜੋ ਚਿੱਠੀ ਹੈ ਬੇਨਤੀਆਂ ਵਾਲੀ ਮਹਾਰਾਜ ਸਾਹਿਬ ਜੀ ਵੱਲ ਭੇਜ ਦਿੱਤੀ। ਸ਼੍ਰੀ ਸਤਿਗੁਰ ਕੇ ਟਿਗ ਪਹੁੰਚਾਈ। ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਸ੍ਰੀ ਕੀਰਤਪੁਰ ਸਾਹਿਬ ਪਹੁੰਚਾਈ ਹੈ। ਦੇਖਤ ਸ਼੍ਰੀ ਹਰਿ ਰਾਏ ਸੁਜਾਨਾ। ਤੇ ਸਤਿਗੁਰਾਂ ਦੇ ਕੋਲ ਚਿੱਠੀ ਪਹੁੰਚੀ ਹੈ ਪੁੱਤਰ ਦੀ, ਤਾਂ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਤ ਕੋ ਸਰਬ ਬਿਰਤਾਂਤ ਪਛਾਨਾ। ਤੇ ਇਸ ਤਰ੍ਹਾਂ ਵਿਚਾਰਦੇ ਹਨ ਕਿ ਸਾਰਾ ਜੋ ਬਿਰਤਾਂਤ ਹੈ, ਜੋ ਬੇਨਤੀਆਂ ਕੀਤੀਆਂ ਨੇ, ਸਾਰੀ ਵਿਚਾਰ ਕੀਤੀ ਹੈ। ਕਹਿਓ ਤਾਹੇ ਜੋ ਪੱਤਰੀ ਲਿਆਇਓ। ਤੇ ਜਿਹੜਾ ਚਿੱਠੀ ਲੈ ਕੇ ਆਇਆ ਹੈ ਪੁੱਤਰ ਪਾਸੋਂ ਤੇ ਉਸ ਨੂੰ ਇਸ ਤਰ੍ਹਾਂ ਵਚਨ ਸੁਣਾਏ। ਹਮ ਮਿਲ ਬੇ ਕਿਮ ਚਿਤ ਲਲਚਾਇਓ। ਕਿ ਸਾਨੂੰ ਹੁਣ ਮਿਲਣ ਵਾਸਤੇ ਕਿਵੇਂ ਇਸ ਦਾ ਚਿੱਤ ਲਲਚਾਉਂਦਾ ਹੈ। ਹੁਕਮ ਅਦੂਲੀ ਕਰ ਅਪਰਾਧੂ। ਤੇ ਇਸ ਨੇ ਹੁਕਮ ਅਦੂਲੀ ਕੀਤੀ ਹੈ। ਪਹਿਲਾਂ ਇਹ ਸਾਡੇ ਹੁਕਮ ਨੂੰ ਮੋੜਨ ਦਾ ਇਸ ਨੇ ਗੁਨਾਹ ਕੀਤਾ ਹੈ। ਜੋ ਅਸੀਂ ਹੁਕਮ ਕੀਤੇ ਸਨ ਉਹਨਾਂ ਨੂੰ ਮੰਨਿਆ ਨਹੀਂ। ਅਸੀਂ ਜਿਵੇਂ ਇਸ ਨੂੰ ਕਿਹਾ ਹੋਇਆ ਸੀ ਕਿ ਬਾਦਸ਼ਾਹ ਦੀ ਖੁਸ਼ਾਮਦੀ ਕਰਕੇ ਤੂੰ ਗੁਰੂ ਘਰ ਦੀ ਤੌਹੀਨ ਨਾ ਕਿਤੇ ਕਰ ਬੈਠੀ, ਸਤਿਗੁਰਾਂ ਦੀ ਨਰਾਦਰੀ ਵਿੱਚ ਕਦੇ ਕੋਈ ਬੋਲ ਨਾ ਆਖੀ। ਐਸੇ ਵਚਨਾਂ ਦੀ ਇਸ ਨੇ ਅਦੂਲੀ ਕੀਤੀ ਹੈ, ਐਸੇ ਵਚਨਾਂ ਦੀ ਉਲੰਘਣਾ ਕੀਤੀ ਹੈ। ਕੈਸੇ ਬਨਿਓ ਚਹੈ ਅਬ ਸਾਧੂ। ਤੇ ਕਿਸ ਤਰ੍ਹਾਂ ਹੁਣ ਇਹ ਸਾਧੂ ਬਣਨਾ ਚਾਹੁੰਦਾ ਹੈ ਸਾਡੇ ਕੋਲ ਆਣ ਕੇ। ਗਮਨ ਸਮੈ ਹਮ ਬਹੁ ਸਮਝਾਇਓ। ਤੇ ਜਦੋਂ ਤੁਰਨ ਲੱਗਾ ਸੀ ਅਸੀਂ ਇਧਰੋਂ ਇਸ ਨੂੰ ਭੇਜਣ ਲੱਗੇ ਸੀ ਤਾਂ ਉਸ ਵੇਲੇ ਬਹੁਤਾ ਸਮਝਾਇਆ ਸੀ। ਸਿੱਖਿਆ ਨਹੀਂ ਨੈਕ ਮਨ ਲਿਆਇਓ। ਪਰ ਸਾਡੀ ਦਿੱਤੀ ਹੋਈ ਸਿੱਖਿਆ ਇਸ ਨੇ ਥੋੜੀ ਜਿਹੀ ਵੀ ਮਨ ਦੇ ਵਿੱਚ ਧਾਰਨ ਕਰਕੇ ਨਹੀਂ ਰੱਖੀ। ਇੱਕ ਤਾਂ ਬਾਰ-ਬਾਰ ਕਰ ਅਜ਼ਮਤ। ਤੇ ਇੱਕ ਤਾਂ ਵਾਰ-ਵਾਰ ਇਸ ਨੇ ਸ਼ਕਤੀਆਂ ਵਿਖਾਈਆਂ ਹਨ। ਬਿਨਾ ਪ੍ਰਯੋਜਨ ਠਾਨੀ ਜਿਤ ਕਿਤ। ਤੇ ਬਿਨਾ ਕਿਸੇ ਮਤਲਬ ਤੋਂ ਜਿੱਥੇ ਕਿਤੇ ਸ਼ਕਤੀਆਂ ਵਰਤ ਕੇ ਇਹ ਦਿਖਾਈ ਗਿਆ। ਤੁਰਕੇਸ਼ਵਰ ਸੋ ਸੂਤ ਰਖੈਬੇ। ਤੇ ਤੁਰਕਾਂ ਦੇ ਬਾਦਸ਼ਾਹ ਦੇ ਨਾਲ ਆਪਣੀ ਜਿਹੜੀ ਸਾਂਝ ਹੈ ਉਹ ਕਾਇਮ ਕਰਕੇ ਰੱਖਣ ਵਾਸਤੇ ਯਤਨ ਕੀਤਾ ਇਸ ਨੇ। ਕਰ ਮੁਲਾਹਜ਼ਾ ਕੀਨ ਫਰੇਬੇ। ਤੇ ਇਸ ਨੇ ਉਹਨਾਂ ਨੇ ਭਾਵੇਂ ਕਿ ਤੁਰਕਾਂ ਨੇ ਛਲ ਫਰੇਬ ਜਦੋਂ ਕੀਤੇ ਆ ਤੇ ਉਸ ਵੇਲੇ ਇਸ ਨੇ ਸਮਝੇ ਨਹੀਂ, ਵਿਚਾਰੇ ਨਹੀਂ, ਸਗੋਂ ਉਹਨਾਂ ਦਾ ਲਿਹਾਜ਼ ਕਰ ਦਿੱਤਾ ਹੈ।
ਅੱਗੋਂ ਉਹਨਾਂ ਦਾ ਮੁਲਾਜ਼ਾ ਕੀਤਾ, ਭਾਵ ਲਿਹਾਜ਼ ਕਰਨ ਦਾ ਯਤਨ ਕੀਤਾ। ਸ਼੍ਰੀ ਨਾਨਕ ਪਤ 14 ਲੋਕ। ਤੇ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 14 ਲੋਕਾਂ ਦੇ ਮਾਲਕ, ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਦਾ ਸਰੂਪ ਹਨ। ਤਿਨ ਕੋ ਆਸ਼ੈ ਬੀਚ ਸ਼ਲੋਕ। ਤੇ ਉਹਨਾਂ ਦਾ ਜੋ ਆਸ਼ਾ ਹੈ ਸ਼ਲੋਕ ਦੇ ਵਿੱਚ ਕਥਨ ਕੀਤਾ ਸ਼ਬਦ ਵਿੱਚ, ਸੋ ਛਿਪਾਏ ਕੈ ਅਨੰਤ ਸੁਨਾਇਓ। ਤੇ ਉਹ ਜੋ ਸਿਧਾਂਤ ਹੈ ਉਸ ਨੂੰ ਛਿਪਾ ਲਿਆ, ਉਸ ਨੂੰ ਬਦਲ ਦਿੱਤਾ। ਉਹ ਸਿਧਾਂਤ ਪੂਰਾ ਉਸੇ ਤਰ੍ਹਾਂ ਹੂਬਹੂ ਨਹੀਂ ਦੱਸਿਆ ਤੇ ਹੋਰ ਢੰਗ ਦੇ ਨਾਲ ਸਗੋਂ ਔਰੰਗਜ਼ੇਬ ਦੀ ਸਭਾ ਦੇ ਵਿੱਚ ਬੋਲ ਸੁਣਾ ਦਿੱਤੇ। ਹੁਤੋ ਅਪਰ ਤਿਸ ਅਪਰ ਬੁਝਾਇਓ। ਤੇ ਵਚਨ ਤਾਂ ਹੋਰ ਸੀ, ਪਰ ਅੱਗੇ ਉਸ ਸ਼ਬਦ ਦਾ ਜਿਹੜਾ ਅਰਥ ਹੈ ਔਰ ਸ਼ਬਦ ਦਾ ਵਾਕ ਬਦਲ ਕੇ ਹੋਰ ਸਮਝਾ ਦਿੱਤਾ ਬਾਦਸ਼ਾਹ ਦੀ ਸਭਾ ਵਿੱਚ। ਕਹਾਂ ਤਰਾਸ ਤੁਰਕੇਸ਼ਵਰ ਕੇਰਾ। ਤੇ ਤੁਰਕਾਂ ਦੇ ਔਰੰਗੇ ਬਾਦਸ਼ਾਹ ਦਾ ਕੀ ਡਰ ਕਰ ਲਿਆ ਹੈ ਉਸਨੇ ਮਨ ਅੰਦਰ। ਜਿਸ ਕੋ ਮਾਨਿਓ ਜਾਨ ਬਡੇਰਾ। ਕਿਉਂ ਡਰ ਕੀਤਾ ਹੈ? ਜਿਸ ਦਾ ਡਰ ਮੰਨ ਕੇ ਵੱਡਾ ਜਾਣ ਕੇ ਜਿਸ ਨੂੰ ਡਰ ਉਸ ਦਾ ਮੰਨ ਲਿਆ। ਸਦਾ ਸਹਾਇਕ ਹਮ ਤਿਸ ਕੇਰੇ। ਤੇ ਅਸੀਂ ਤਾਂ ਬਚਨ ਕੀਤਾ ਸੀ ਕਿ ਤੂੰ ਜੋ ਬਚਨ ਕਰੇਗਾ ਪੂਰਾ ਹੋਵੇਗਾ, ਚਿੰਤਾ ਨਹੀਂ ਕਰਨੀ, ਤੈਨੂੰ ਅਸੀਂ ਸਹਾਇਤਾ ਬਖਸ਼ਾਂਗੇ, ਸਦਾ ਤੇਰੇ ਅਸੀਂ ਸਹਾਈ ਹੋਵਾਂਗੇ। ਜਹਾਂ ਸੋ ਕਰਤ ਨ ਲਾਗਤ ਦੇਰੇ। ਤੇ ਇਸ ਲਈ ਜੋ ਚਾਹੁੰਦਾ ਸੀ ਉਹ ਕਰ ਸਕਦਾ ਸੀ, ਉਸ ਕਰਨ ਦੇ ਵਿੱਚ ਕੋਈ ਦੇਰ ਨਾ ਲੱਗਦੀ। ਜਿਵੇਂ ਜੋ ਚਾਹੁੰਦਾ ਰਿਹਾ ਉਸੇ ਤਰ੍ਹਾਂ ਕਰਕੇ ਵੀ ਦਿਖਾਉਂਦਾ ਰਿਹਾ ਹੈ। ਮਾਟੀ ਤੁਰਕਨ ਕੀ ਜਿਮ ਜਲੈ। ਤੇ ਜਿਵੇਂ ਤੁਰਕਾਂ ਦੇ ਸਰੀਰਾਂ ਵਾਲੀ ਜੋ ਮਿੱਟੀ ਹੈ ਜਿਵੇਂ ਸੜਦੀ ਹੈ, ਜਿਵੇਂ ਘੁਮਿਆਰਾਂ ਵੱਲੋਂ ਭਾਂਡੇ ਬਣਾਉਣ ਤੇ ਇੱਟਾਂ ਬਣਾਉਣ ਤੇ ਉਹ ਤਪਦੀ ਸੜਦੀ ਬਲਦੀ ਹੈ। ਬੀਚ ਪਜਾਵੇ ਆਵੇ ਬਲੈ। ਪੰਜਾਬਿਆਂ ਆਵਿਆਂ ਦੇ ਵਿੱਚ, ਪੱਠੀਆਂ ਪੱਠਾਂ ਦੇ ਵਿੱਚ ਜਿਵੇਂ ਉਹ ਮਿੱਟੀ ਜਿਹੜੀ ਹੈ ਤੁਰਕਾਂ ਦੇ ਸਰੀਰਾਂ ਵਾਲੀ ਸੜਦੀ ਹੀ ਹੈ। ਅਜ਼ਮਤ ਬਲ ਤੇ ਤਿਸ ਅਗਵਾਈ। ਤੇ ਉਸ ਔਰੰਗੇ ਬਾਦਸ਼ਾਹ ਦੇ ਅੱਗੇ ਆਪਣੀ ਜੋ ਸਾਡੇ ਵੱਲੋਂ ਬਖਸ਼ਿਸ਼ ਕੀਤੀ ਹੋਈ ਸ਼ਕਤੀ ਦੁਆਰਾ ਕਿਉਂ ਨਾ ਯਤਨ ਕੀਤਾ ਕੁਝ ਸਮਝਾਉਣ ਦਾ। ਮਾਟੀ ਜਲਤੀ ਕਿਉਂ ਨਾ ਦਿਖਾਈ। ਤੇ ਮਿੱਟੀ ਸੜਦੀ ਵੀ ਦਿਖਾ ਸਕਦਾ ਸੀ, ਇੰਨਾ ਕੁਝ ਵਿਖਾ ਦਿੱਤਾ। ਦਿਨੇ ਤਾਰੇ ਵਿਖਾ ਦਿੱਤੇ, 2 ਚੰਦਰਮਾ ਆਕਾਸ਼ ਵਿੱਚ ਵਿਖਾ ਦਿੱਤੇ, ਤੇ ਕਈ ਕੁਝ ਕਰਕੇ ਵਿਖਾਇਆ। ਨਦੀ ਤੇ ਤੁਰ ਕੇ ਵੀ ਵਿਖਾ ਦਿੱਤਾ। ਬਾਜ ਦਾ ਪੂਰਬਲਾ ਪਿਛਲਾ ਜਨਮ ਵੀ ਦੱਸ ਦਿੱਤਾ। ਪਦਮਣੀਆਂ ਦਾ ਜੋ ਰੂਪ ਦਿਖਾ ਦਿੱਤਾ ਲਿਆ ਕੇ ਪ੍ਰਗਟ ਕਰਕੇ, ਔਰ ਸੁਪਨੇ ਆਦਿਕ ਵੀ ਦੱਸ ਦਿੱਤੇ। ਹੋਰ ਗੱਲਾਂ ਦੇ ਰਾਜ ਭੇਦ ਜਿਹੜੇ ਆ ਖੋਲ ਕੇ ਸੁਣਾ ਦਿੱਤੇ। ਪਰ ਜਿੱਥੇ ਸ਼ਕਤੀ ਵਿਖਾਉਣ ਦਾ, ਜਿੱਥੇ ਕੁਛ ਦੱਸਣ ਦੀ ਜ਼ਰੂਰਤ ਸੀ, ਸ਼ਕਤੀ ਵਿਖਾਉਣ ਦੀ, ਵਰਤਣ ਦੀ, ਉੱਥੇ ਕਿਉਂ ਨਾ ਵਰਤ ਕੇ ਵਿਖਾਈ। ਉੱਥੇ ਮਿੱਟੀ ਕਿਉਂ ਨਾ ਸੜਦੀ ਉਸਨੇ ਵਿਖਾ ਦਿੱਤੀ। ਹੁਤੀ ਵਾਸਤਵ ਦਿਖਤ ਬਿਦਤ ਹੈ। ਤੇ ਜਿਹੜੀ ਕਿ ਵਾਸਤਵ ਵਿੱਚ ਵੀ ਜੋ ਸੱਚਮੁੱਚ ਹੀ ਜਿਹੜੀ ਕਿ ਸੜਦੀ ਦਿਸਦੀ ਵੀ ਹੈ, ਉਹ ਕਿਉਂ ਨਾ ਸੜਦੀ ਬਲਦੀ ਦਿਖਾ ਦਿੱਤੀ ਉਸ ਵੇਲੇ ਸ਼ਕਤੀ ਨਾਲ। ਤਰਾਸ ਨ ਤਨਕ ਜੇ ਤੁਰਕ ਜਿਦਤ ਹੈ। ਜਿਹੜਾ ਤੁਰਕ ਜਿਸ ਵੇਲੇ ਜਿੱਦ ਰਹੇ ਸਨ, ਬਹਿਸ ਕਰਦੇ ਸੀ ਹਟ ਕਰਕੇ ਉਹਨਾਂ ਦੇ ਪਾਸ ਹੋ ਕੇ, ਸੋ ਕਿਉਂ ਐਸਾ ਯਤਨ ਕੀਤਾ। ਤਰਾਸ ਨ ਤਨਕ ਜੇ ਤੁਰਕ ਜਿਦਤ ਹੈ। ਸੋ ਉਸ ਵੇਲੇ ਥੋੜਾ ਜਿੰਨਾ ਵੀ ਡਰਨਾ ਨਹੀਂ ਸੀ ਚਾਹੀਦਾ ਜਦੋਂ ਤੁਰਕ ਜਿੱਦਦੇ ਸਨ। ਜਾਂ ਤੇ ਹਮੈ ਨ ਦਰਸ ਦਿਖਾਵੋ। ਤੇ ਇਸ ਲਈ ਇਹ ਸਾਡਾ ਜੋ ਪੁੱਤਰ ਹੈ ਇਹ ਸਾਨੂੰ ਦਰਸ਼ਨ ਨਾ ਦਿਖਾਵੇ ਆਣ ਕੇ। ਜਿਤ ਦਿਸ਼ ਮੁਖ ਤਿਤ ਹੀ ਚਲ ਜਾਵੋ। ਤੇ ਜਿੱਧਰ ਨੂੰ ਇਸ ਦਾ ਮੁਖ ਹੈ ਉਧਰ ਨੂੰ ਹੀ ਚਲਿਆ ਜਾਵੇ। ਹੁਣ ਸਤਿਗੁਰ ਕੀ ਰਿਸ ਜੁਤ ਸੁਨ ਬਾਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਇਤਰਾਜ਼ ਭਰੇ ਜਿਹੜੇ ਇਹ ਵਾਕ ਹਨ, ਵੀਰ ਰਸ ਦੇ ਸਹਿਤ ਕੀਤੇ ਹੋਏ, ਇਹ ਸੁਣੇ ਨੇ ਦੂਤ ਨੇ ਜਿਹੜਾ ਚਿੱਠੀ ਲੈ ਕੇ ਆਇਆ। ਹਟਿਓ ਸੋ ਸਿੱਖ ਜਿਸ ਪੱਤਰੀ ਆਨੀ। ਜਿਸ ਸਿੱਖ ਨੇ ਚਿੱਠੀ ਲਿਆਂਦੀ ਹੈ ਗੁਰੂ ਕੇ ਸਾਹਿਬਜ਼ਾਦੇ ਵੱਲੋਂ, ਉਹ ਮੁੜਿਆ ਹੈ ਸਤਿਗੁਰਾਂ ਦੇ ਵਾਕ ਸੁਣ ਕੇ। ਤੁਰਤ ਗਮਨ ਕਰ ਤਹ ਤੇ ਆਇਓ। ਤੇ ਉਥੋਂ ਕੀਰਤਪੁਰ ਸਾਹਿਬ ਤੋਂ ਚੱਲ ਕੇ ਉਧਰ ਨੂੰ ਪਹੁੰਚਿਆ ਹੈ ਜਿੱਥੇ ਸਾਹਿਬਜ਼ਾਦਾ ਦਾ ਡੇਰਾ ਹੈ।
ਜਹ ਸ਼੍ਰੀ ਰਾਮ ਰਾਏ ਉਤਰਾਇਓ ਜਿੱਥੇ ਸ੍ਰੀ ਰਾਮ ਰਾਏ ਜੀ ਨੇ ਉਤਾਰਾ ਕੀਤਾ ਹੋਇਆ ਖਰੇ ਹੋਤੇ ਤਬ ਸਹਿਜ ਸੁਭਾਏ ਤੇ ਸਹਿਜ ਸੁਭਾਵਕ ਹੀ ਉਸ ਵੇਲੇ ਬਾਬਾ ਰਾਮ ਰਾਏ ਜੀ ਉੱਥੇ ਖੜੇ ਸਨ ਚਿਤ ਮਹਿ ਚਿੰਤਾ ਬਹੁ ਉਪਜਾਏ ਤੇ ਆਪਣੇ ਮਨ ਵਿੱਚ ਚਿੰਤਾ ਜਿਨ੍ਹਾਂ ਦੇ ਬਹੁਤ ਲੱਗੀ ਹੋਈ ਹੈ ਸ਼੍ਰੀ ਸਤਿਗੁਰ ਸਰਬੱਗ ਗੁਣ ਖਾਨੀ ਤੇ ਮਨ ਵਿੱਚ ਵਿਚਾਰਦੇ ਹੈ ਕਿ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬ ਗਿਆਤਾਵਾਨ ਹਨ ਔਰ ਸਾਰੇ ਸ਼ੁਭ ਗੁਣਾਂ ਦੀ ਖਾਣ ਹਨ ਪਿਤਾ ਧੀਰ ਕਿਆ ਕਰਹਿ ਤੇ ਬਖਾਨੀ ਪਿਤਾ ਧੀਰਜ ਧਾਰੀ ਸਤਿਗੁਰੂ ਮਹਾਰਾਜ ਕੈਸੇ ਬਚਨ ਮੇਰੇ ਵਾਸਤੇ ਕਰ ਰਹੇ ਹਨ ਬਖਸ਼ਹਿ ਮੋਹ ਕੇ ਨਹਿ ਅਪਰਾਧੂ ਤੇ ਮੇਰਾ ਜੋ ਗੁਨਾਹ ਹੈ ਪਿਤਾ ਸਤਿਗੁਰੂ ਜੀ ਬਖਸ਼ਣਗੇ ਕਿ ਨਹੀਂ ਲਖ ਨ ਸਕਿਓ ਮੈਂ ਹਿਰਦੈ ਅਗਾਧੂ ਮੈਂ ਉਹਨਾਂ ਨੂੰ ਪਹਿਲਾਂ ਅਗਾਧ ਗਿਆਨ ਵਾਲੇ ਜੋ ਬਖਸ਼ਿਸ਼ਾਂ ਦੇ ਦਾਤੇ ਉਸ ਵੇਲੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਗੁਰੂ ਕੀ ਬਾਣੀ ਦੇ ਬਚਨ ਪੁੱਛਣ ਵੇਲੇ ਨਹੀਂ ਸਮਝ ਸਕਿਆ ਇਤਨੇ ਮਹਿ ਸਿੱਖ ਸੋ ਚਲ ਆਇਓ ਤੇ ਇਹਨੇ ਨੂੰ ਅਜੇ ਸੋਚਦੇ ਚਿੰਤਾ ਕਰਦੇ ਨੇ ਬਾਬਾ ਰਾਮ ਰਾਏ ਜੀ ਤੇ ਜਿਹੜਾ ਸਿੱਖ ਚਿੱਠੀ ਦੇ ਕੇ ਸਤਿਗੁਰਾਂ ਪਾਸ ਭੇਜਿਆ ਸੀ ਉਹ ਵਾਪਸ ਮੁੜ ਕੇ ਆਇਆ ਹੈ ਗੁਰ ਕੋ ਕਹਿਬੋ ਸਕਲ ਸੁਨਾਇਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਹਿਣਾ ਸਭ ਸੁਣਾਇਆ ਹੈ ਪਾਸ ਜਿਤ ਦਿਸ਼ ਮੁਖ ਤਿਤ ਹੀ ਚਲ ਜਾਵੋ ਤੇ ਆ ਕੇ ਬੇਨਤੀ ਕੀਤੀ ਹੈ ਕਿ ਪਿਤਾ ਸਤਿਗੁਰਾਂ ਨੇ ਵਚਨ ਕੀਤਾ ਤੁਹਾਡੇ ਵਾਸਤੇ ਕਿ ਜਿੱਧਰ ਨੂੰ ਮੁਖ ਹੈ ਉਧਰ ਨੂੰ ਹੀ ਚਲਿਆ ਜਾਵੇ ਹਮ ਢਿਗ ਆਏ ਨ ਦਰਸ ਦਿਖਾਵੋ ਤੇ ਸਾਡੇ ਕੋਲ ਆ ਕੇ ਦਰਸ਼ਨ ਨਾ ਦਿਖਾਈ ਆਪਣੇ ਸੁਨਿਓ ਪਿਤਾ ਕੋ ਅਸ ਜਬ ਮਤੋ ਤੇ ਐਸਾ ਵਿਚਾਰ ਐਸਾ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਿਆਲ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਮਤਾ ਹੈ ਐਸਾ ਜਿਸ ਵੇਲੇ ਸੁਣਿਆ ਹੈ ਮਹਾਰਾਜ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੇ ਲਵਪੁਰ ਦਿਸ਼ ਤਬ ਤਿਸ ਮੁਖ ਹੋਤੋ ਤਾਂ ਜਦੋਂ ਸੁਣਿਆ ਹੈ ਤਾਂ ਉਸ ਵੇਲੇ ਬਾਬਾ ਰਾਮ ਰਾਏ ਜੀ ਦਾ ਮੁਖ ਲਾਹੌਰ ਦੀ ਦਿਸ਼ਾ ਵੱਲ ਸੀ ਹਾਥ ਜੋਰ ਧਰ ਪਰ ਧਰ ਮਾਥਾ ਤੇ ਇਹਨਾਂ ਕਿਉਂ ਕੀਤਾ ਹੈ ਖਿਆਲ ਕਿ ਮਹਾਰਾਜ ਸਾਹਿਬ ਨੇ ਕਿਹਾ ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲਿਆ ਜਾ ਤੇ ਪ੍ਰਤੱਖ ਤੌਰ ਤੇ ਵੀ ਜਿਸ ਤਰਫ ਆਪਣਾ ਮੁਖ ਸੀ ਤੇ ਉਧਰ ਨੂੰ ਹੀ ਖਿਆਲ ਕੀਤਾ ਕਿ ਲਾਹੌਰ ਵੱਲ ਮੇਰਾ ਮੂੰਹ ਹੈ ਇਸ ਲਈ ਦੋਵੇਂ ਹੱਥ ਜੋੜ ਕੇ ਧਰਤੀ ਦੇ ਉੱਪਰ ਮਸਤਕ ਰੱਖਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਕੀਰਤਪੁਰ ਸਾਹਿਬ ਵੱਲ ਨੂੰ ਮੱਥਾ ਟੇਕ ਕੇ ਮਾਨਿਓ ਹੁਕਮ ਪ੍ਰੇਮ ਕੇ ਸਾਥਾ ਤੇ ਪ੍ਰੇਮ ਦੇ ਨਾਲ ਗੁਰੂ ਕਾ ਹੁਕਮ ਜਾਣ ਕੇ ਕਿ ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਚਲਿਆ ਜਾ ਇਹ ਹੁਕਮ ਮੰਨਿਆ ਭਇਓ ਅਰੂਢ ਠਾਨ ਕਰ ਤਿਆਰੀ ਤੇ ਆਪਣੀ ਤਿਆਰੀ ਕਰਕੇ ਫਿਰ ਆਪਣੀ ਸਵਾਰੀ ਉੱਪਰ ਬੈਠ ਗਏ ਗਮਨਿਓ ਲਵਪੁਰ ਪੰਥ ਮਝਾਰੀ ਲਾਹੌਰ ਨੂੰ ਜਾਣ ਵਾਸਤੇ ਰਸਤੇ ਤੇ ਚੱਲ ਪਏ ਸਨੈ ਸਨੈ ਡੇਰਾ ਕਰ ਜਾਤ ਤੇ ਸਹਿਜੇ ਸਹਿਜੇ ਰਾਹ ਵਿੱਚ ਡੇਰੇ ਕਰਦੇ ਹੋਏ ਉਧਰ ਨੂੰ ਲਾਹੌਰ ਵੱਲ ਜਾ ਰਹੇ ਹਨ ਆਪਨ ਖੋਟ ਕੋ ਲਖ ਪਛਤਾਤ ਤੇ ਆਪਣੇ ਮਨ ਦੀ ਜੋ ਖੋਟ ਹੈ ਜੋ ਖੋਟਾ ਸੁਭਾਅ ਹੈ ਉਸ ਨੂੰ ਜਾਣ ਕੇ ਜੋ ਆਪਣੀ ਖੋਟ ਕੀਤੀ ਹੈ ਮਹਾਰਾਜ ਸਾਹਿਬ ਦੀ ਬਾਣੀ ਬਦਲਣ ਦੀ ਉਹ ਚੇਤੇ ਕਰ ਕਰਕੇ ਵਾਰ-ਵਾਰ ਪਛਤਾਉਂਦੇ ਹਨ ਸੁਨੀ ਸਰਬ ਸੁਧ ਸ੍ਰੀ ਹਰਿ ਰਾਏ ਤੇ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਤ ਸਾਰੀ ਖਬਰ ਸੁਣੀ ਹੈ ਹੁਕਮ ਮਾਨ ਲਵਪੁਰ ਕੋ ਜਾਏ ਤੇ ਪਤਾ ਲੱਗਿਆ ਕਿ ਹੁਕਮ ਮੰਨ ਕਰਕੇ ਹੁਣ ਸਾਡਾ ਉਹ ਲਾਹੌਰ ਵੱਲ ਨੂੰ ਚਲਾ ਗਿਆ ਏ ਲਿਖਿਓ ਹੁਕਮਨਾਮਾ ਤਿਸ ਕਾਲ ਤੇ ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕਰਕੇ ਲਾਹੌਰ ਦੀ ਸੰਗਤ ਵੱਲ ਨੂੰ ਹੁਕਮਨਾਮਾ ਲਿਖ ਕੇ ਭੇਜਿਆ ਸਿੱਖ ਸੰਗਤ ਤਹ ਰਹਿ ਵਿਸਾਲ ਤੇ ਜਿਹੜੀ ਬਹੁਤ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਘਰ ਦੇ ਨਾਲ ਜੁੜੀ ਹੋਈ ਲਾਹੌਰ ਵਿੱਚ ਰਹਿੰਦੀ ਹੈ ਤਿਨ ਪਰ ਹੁਕਮ ਸੋ ਅਸ ਫਰਮਾਇਬ ਤੇ ਉਹਨਾਂ ਵਾਸਤੇ ਉਹਨਾਂ ਦੇ ਉੱਪਰ ਐਸਾ ਹੁਕਮ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਸਿੱਖ ਹਮਾਰੋ ਜੋਨ ਕਹਾਇਬ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਾਹਿਬ ਨੇ ਬਚਨ ਲਿਖਾਏ ਹੈ ਕਿ ਜਿਹੜਾ ਸਾਡਾ ਸਿੱਖ ਕੋਈ ਵੀ ਕਹਾਉਂਦਾ ਲਾਹੌਰ ਵਿੱਚ ਵਸਣ ਵਾਲਾ ਪੈਸਾ ਕੌਡੀ ਅੰਸ਼ ਜੋ ਗੁਰ ਕੀ ਤੇ ਜੋ ਗੁਰੂ ਘਰ ਦੀ ਅੰਸ਼ ਹੈ ਗੁਰੂ ਘਰ ਵਾਸਤੇ ਜੋ ਦਿੱਤੀ ਜਾਂਦੀ ਹੈ ਸੇਵਾ ਦਿੱਤੀ ਜਾਂਦੀ ਹਿੱਸਾ ਦਿੱਤਾ ਜਾਂਦਾ ਹੈ
ਪੈਸਾ ਕੌਡੀ ਆਦਿਕ ਦਾ। ਅਰਪ ਹੈ ਗਨ ਸ਼ਰਦਾ ਧਰ ਉਰ ਕੀ। ਜੋ ਗੁਰੂ ਘਰ ਵਾਸਤੇ ਸਿੱਖ ਸੰਗਤਾਂ ਅਰਪਣ ਕਰਦੀਆਂ ਨੇ ਆਪਣਿਆਂ ਹਿਰਦਿਆਂ ਦੀ ਸ਼ਰਧਾ ਭਾਵਨਾ ਧਾਰ ਕਰਕੇ, ਪੁਰ ਮਹਿ ਰਾਮ ਰਾਏ ਜਬ ਆਵਹਿ। ਤੇ ਉਹ ਜੋ ਭੇਟਾ ਅਰਪਣ ਕੀਤੀ ਜਾਂਦੀ ਹੈ ਉਸ ਬਾਰੇ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਲਾਹੌਰ ਸ਼ਹਿਰ ਦੇ ਵਿੱਚ ਜਿਸ ਵੇਲੇ ਸਾਡਾ ਜੋ ਪੁੱਤਰ ਰਾਮ ਰਾਏ ਚੱਲ ਕੇ ਪਹੁੰਚੇਗਾ, ਨਹੀਂ ਕਾਰ ਕੋ ਇਸ ਅਰ ਪਾਵਹਿ। ਤੇ ਜਦੋਂ ਰਾਮ ਰਾਏ ਤੁਹਾਡੇ ਕੋਲ ਪਹੁੰਚੇ ਤੇ ਇਸ ਨੂੰ ਕੋਈ ਵੀ ਗੁਰੂ ਘਰ ਦੇ ਅਰਪਣ ਕਰਨ ਵਾਲੀ ਜਿਹੜੀ ਕਾਰ ਭੇਟਾ ਸੇਵਾ ਹੈ ਪਦਾਰਥਾਂ ਦੀ ਨਾ ਦਿੱਤੀ ਜਾਵੇ। ਕਾਸਦ ਲੈ ਗੁਰ ਕੋ ਜਬ ਗਇਓ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਸੁਨੇਹਾ ਪਹੁੰਚਾਉਣ ਵਾਲਾ ਜੋ ਕਾਸਦ ਹੈ, ਜੋ ਦੂਤ ਹੈ, ਉਹ ਲੈ ਕੇ ਗਿਆ ਹੈ ਖਤ। ਸੁਨ ਕਰ ਸਭਨ ਅਚੰਭਾ ਭਇਓ। ਖਤ ਲੈ ਕੇ ਮਹਾਰਾਜ ਸਾਹਿਬ ਜੀ ਵੱਲੋਂ ਪਹੁੰਚਿਆ ਲਾਹੌਰ ਸ਼ਹਿਰ ਦੇ ਵਿੱਚ। ਜਾ ਕੇ ਉੱਥੋਂ ਦੀਆਂ ਸੰਗਤਾਂ ਨੂੰ ਸਤਿਗੁਰਾਂ ਦਾ ਬਚਨ ਇਹ ਪ੍ਰਗਟ ਕਰਕੇ ਸੁਣਾਇਆ। ਉਹਨਾਂ ਨੇ ਸੁਣਿਆ, ਸੁਣ ਕੇ ਬਹੁਤ ਹੈਰਾਨ ਹੋਏ। ਗੁਰ ਚਰਿਤ੍ਰ ਕਛ ਲਖਿਓ ਨ ਜਾਈ। ਇਹ ਸੋਚਣ ਲੱਗ ਪਏ, ਆਪਸ ਵਿੱਚ ਇੱਕ ਦੂਸਰੇ ਨੂੰ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਕੁਛ ਵੀ ਸਾਥੋਂ ਜਾਣੇ ਨਹੀਂ ਜਾਂਦੇ। ਪਿਆਰੇ ਸੁਤ ਕੀ ਪੂਜ ਹਟਾਈ। ਤੇ ਆਪਣੇ ਇੰਨੇ ਪਿਆਰੇ ਪੁੱਤਰ ਦੀ ਵੀ ਮਹਾਰਾਜ ਸਾਹਿਬ ਜੀ ਪੂਜਾ ਭੇਟਾ ਦੇਣ ਤੋਂ ਹਟਾ ਰਹੇ ਹਨ ਸਾਨੂੰ। ਲਾਇਕ ਭੇ ਅਜ਼ਮਤ ਮਹਿ ਭਾਰੇ। ਤੇ ਭਾਵੇਂ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਜੋ ਸੁਪੁੱਤਰ ਹੈ, ਲਾਇਕ ਹੋਏ ਹੈ, ਯੋਗ ਹੋਏ ਹਨ, ਅਜ਼ਮਤ ਕਰਮਾ ਕਰਾਮਾਤ ਵਿੱਚ ਭਾਰੀ ਹੋਏ ਹਨ। ਹੋਤ ਤਥਾ ਮੁਖ ਜਥਾ ਉਚਾਰੇ। ਤੇ ਤਿਵੇਂ ਹੀ ਹੁੰਦਾ ਹੈ ਜੋ ਇਹ ਮੁਖ ਤੋਂ ਉਚਾਰਨ ਕਰਦਾ ਹੈ ਗੁਰੂ ਕਾ ਸੁਪੁੱਤਰ। ਸਤਿਗੁਰ ਅੰਸ਼ ਹੈ ਅਵਤਾਰਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਸ਼ ਹੀ ਹਨ। ਸਤਿਗੁਰਾਂ ਦੀ ਅੰਸ਼ ਵੰਸ਼ ਵਿੱਚੋਂ ਇਹ ਅਵਤਾਰ ਪ੍ਰਗਟ ਹੋਏ ਹਨ, ਇਹਨਾਂ ਦੇ ਪੁੱਤਰ। ਸਿੱਖ ਸੰਗਤ ਇਮ ਭਏ ਹਜ਼ਾਰਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਸ਼ ਹਨ, ਅੰਸ਼ ਵੰਸ਼ ਹਨ ਮਹਾਰਾਜ ਸਾਹਿਬ ਜੀ ਦੀ। ਇਹ ਪੁੱਤਰ ਅਵਤਾਰ ਰੂਪ ਵਿੱਚ ਹਨ। ਇਸ ਤਰ੍ਹਾਂ ਹਜ਼ਾਰਾਂ ਹੀ ਸਿੱਖ ਸੰਗਤਾਂ ਜੋ ਇਕੱਤਰ ਹੋ ਕੇ ਵਿਚਾਰਾਂ ਕਰਦੀਆਂ। ਜੇ ਹਮ ਦਰਸ ਕਰਨ ਨਹਿ ਜਾਵੈ। ਤੇ ਇਸ ਤਰ੍ਹਾਂ ਆਪਸ ਵਿੱਚ ਵਿਚਾਰ ਕੀਤੀ ਹੈ ਲਾਹੌਰ ਵਾਸੀ ਸੰਗਤ ਨੇ ਕਿ ਜੇਕਰ ਅਸੀਂ ਗੁਰੂ ਕੇ ਸੁਪੁੱਤਰ ਦੇ ਦਰਸ਼ਨ ਕਰਨ ਲਈ ਨਾ ਜਾਵਾਂਗੇ, ਕਰੇ ਕੋਪ ਕੋ ਮਾਰ ਮਿਟਾਵੈ। ਤੇ ਇਹ ਨਾ ਹੋਵੇ ਕਿ ਗੁਰੂ ਕਾ ਸੁਪੁੱਤਰ ਸਾਡੇ ਉੱਪਰ ਕ੍ਰੋਧ ਕਰ ਲਵੇ ਤੇ ਸਾਨੂੰ ਬਚਨ ਐਸਾ ਕਰਕੇ ਸ਼ਰਾਪ ਦੇ ਦੇਵੇ, ਸਾਨੂੰ ਮਾਰ ਕੇ ਮੇਟ ਹੀ ਦੇਵੇ, ਖਤਮ ਕਰ ਦੇਵੇ। ਛੂਛੇ ਮਿਲੇ ਜਾਏ ਕਰ ਕੈਸੇ। ਤੇ ਅਸੀਂ ਖਾਲੀ ਕਿਵੇਂ ਜਾ ਕੇ ਗੁਰੂ ਕੇ ਸੁਪੁੱਤਰ ਨੂੰ ਮਿਲਾਂਗੇ। ਉਤ ਗੁਰ ਬਾਖ ਭਯੰਕਰ ਤੈਸੇ। ਤੇ ਉਧਰ ਜਿਹੜੇ ਗੁਰੂ ਸਾਹਿਬ ਜੀ ਦੇ ਵਚਨ ਹਨ, ਜੇ ਅਸੀਂ ਨਾ ਮੰਨੇ ਤਾਂ ਸਾਡੇ ਵਾਸਤੇ ਉਹ ਵੀ ਬੜੇ ਭੈਦਾਇਕ ਹਨ। ਬਨੀ ਕਠਨ ਕੋ ਕਰਹਿ ਉਪਾਈ। ਤੇ ਬਹੁਤ ਹੀ ਮੁਸ਼ਕਲ ਗੱਲ ਆ ਬਣੀ ਹੈ, ਕਿਹੜਾ ਅਸੀਂ ਕੋਈ ਯਤਨ ਕਰੀਏ ਇਸ ਵੇਲੇ। ਮਿਲ ਸੰਗਤ ਇਕਠੀ ਸਮੁਦਾਈ। ਤੇ ਇਸ ਲਈ ਐਸੀ ਵਿਚਾਰ ਕਰਨ ਵਾਸਤੇ ਮਿਲ ਕੇ ਸੰਗਤ ਇਕੱਠੀ ਹੋਈ ਹੈ ਲਾਹੌਰ ਵਾਲੀ। ਗਟੀ ਗਿਣਤ ਬਹੁ ਕਰੈ ਵਿਚਾਰਨ। ਇਹ ਸੋਚਾਂ ਵਿਚਾਰਾਂ ਕਰਦੇ ਹੋਏ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਕਰ ਰਹੇ। ਕਿਮ ਦੋਏ ਦਿਸ਼ ਤੇ ਹੋਏ ਉਬਾਰਨ। ਤੇ ਇਸ ਤਰ੍ਹਾਂ ਸੋਚਦੇ ਨੇ, ਇਵੇਂ ਸਲਾਹਾਂ ਕਰਦੇ ਹਨ ਕਿ ਦੋਹਾਂ ਤਰਫਾਂ ਤੋਂ ਕਿਵੇਂ ਸਾਡਾ ਬਚਾਅ ਹੋ ਸਕੇਗਾ। ਕਿਤਕ ਸਮੇਂ ਮਹਿ ਇਮ ਠਹਿਰਾਈ। ਤੇ ਕਿੰਨਾ ਸਮਾਂ ਵਿਚਾਰਾਂ ਕਰਦਿਆਂ ਹੋਇਆਂ ਫਿਰ ਇਵੇਂ ਮਤਾ ਪਕਾਇਆ ਉਬਰਹਿ ਦੋਹੇ ਦਿਸ਼ ਏਵ ਉਪਾਈ। ਕਿ ਇੱਕ ਉਪਾਅ ਯਤਨ ਸਾਨੂੰ ਸੁਝਿਆ ਹੈ, ਦੋਹਾਂ ਤਰਫਾਂ ਤੋਂ ਅਸੀਂ ਬਚ ਸਕਾਂਗੇ। ਪੈਸਾ ਕੌਡੀ ਗੁਰੂ ਉਚਾਰਾ। ਕਿ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜੋ ਬਚਨ ਉਚਾਰਨ ਕੀਤਾ ਪੈਸਾ ਕੌਡੀ ਨਾ ਦੇਣ ਦਾ, ਨਹਿ ਕੋ ਸਿੱਖ ਦੇ ਅੰਸ਼ ਹਮਾਰਾ। ਤੇ ਇਸ ਲਈ ਸਾਡੇ ਵੱਲੋਂ ਜਿਹੜੀ ਪੂਜਾ ਦੀ ਗੁਰੂ ਘਰ ਦੀ ਅੰਸ਼ ਹੈ, ਉਸ ਦਾ ਜੋ ਪੈਸਾ ਕੌਡੀ ਆਦਿਕ ਹੈ, ਇਹ ਗੁਰੂ ਕੇ ਸੁਪੁੱਤਰ ਨੂੰ ਨਾ ਦਿੱਤਾ ਜਾਵੇ। ਕੰਚਨ ਰਜਤ ਬਚਨ ਮਹਿ ਨਾਹੀ। ਪਰ ਜਿਹੜਾ ਗੁਰੂ ਸਾਹਿਬ ਨੇ ਬਚਨ ਕੀਤਾ ਹੈ, ਪੈਸੇ ਕੌਡੀਆਂ ਦੇਣ ਬਾਰੇ ਤਾਂ ਕਿਹਾ ਹੈ, ਪਰ ਵਿੱਚ ਸੋਨਾ ਚਾਂਦੀ ਆਦਿਕ ਨਾਮ ਦੇਣ ਬਾਰੇ ਤਾਂ ਕੁਝ ਆਖਿਆ ਨਹੀਂ। ਸੋਲੇ ਚਲੋ ਗੁਰੂ ਸੁਤ ਪਾਹੀ। ਤੇ ਇਸ ਲਈ ਹੁਣ ਐਸਾ ਯਤਨ ਕਰੀਏ ਕਿ ਸੋਨਾ ਚਾਂਦੀ ਨਾਮ ਦੇਣ ਬਾਰੇ ਤਾਂ ਕਿਹਾ ਨਹੀਂ, ਤੇ ਇਸ ਕਰਕੇ ਅਸੀਂ ਸੋਨਾ ਚਾਂਦੀ ਆਦਿਕ ਦੀਆਂ ਜਿਹੜੀਆਂ ਮੋਹਰਾਂ ਆਦਿ ਹਨ
ਉਹੀ ਗੁਰੂ ਕੇ ਸਪੁੱਤਰ ਦੇ ਪਾਸ ਲੈ ਜਾਈਏ ਭੇਟ ਕਰਨ ਲਈ। ਕੌਡੀ ਪੈਸਾ ਦੋਨੋਂ ਛੋਰ, ਤੇ ਕੌਡੀਆਂ ਪੈਸਾ ਆਦਿਕ ਦੋਵੇਂ ਛੱਡ ਦਈਏ, ਉਹ ਨਾ ਦਈਏ। ਮੋਹਰ ਰਜਤ ਪਣ ਕਰ ਇੱਕ ਠੌਰ, ਤੇ ਰੁਪਏ ਜੋ ਰਜਤ ਪੜ ਚਾਂਦੀ ਦੀਆਂ ਮੋਹਰਾਂ ਆਦਿਕ ਔਰ ਸੋਨੇ ਦੀਆਂ ਮੋਹਰਾਂ ਆਦਿਕ ਇੱਕ ਥਾਂ ਤੇ ਇਕੱਠੀਆਂ ਕਰਕੇ ਦਈਏ। ਉਤਰੇ RAM ਰਾਏ ਜਿਸ ਥਾਨ, ਐਸੀਆਂ ਸੋਨੇ ਚਾਂਦੀ ਦੀਆਂ ਮੋਹਰਾਂ ਕੇ ਆਦਿਕ ਇਕੱਠੇ ਕਰ ਲਏ। ਤੇ ਜਿਸ ਥਾਂ ਤੇ ਬਾਬਾ ਰਾਮ ਰਾਏ ਜੀ ਨੇ ਲਾਹੌਰ ਸ਼ਹਿਰ ਦੇ ਪਾਸ ਆਣ ਕੇ ਆਪਣਾ ਡੇਰਾ ਕੀਤਾ, ਤਬ ਗਮਨੇ ਲੈ ਭੇਟ ਮਹਾਨ, ਤੇ ਜਦੋਂ ਆ ਕੇ ਉਤਾਰਾ ਕੀਤਾ ਤਾਂ ਲਾਹੌਰ ਵਾਸੀ ਸੰਗਤ ਭੇਟਾਵਾਂ ਬਹੁਤ ਸਾਰੀਆਂ ਲੈ ਕੇ ਗੁਰੂ ਕੇ ਸਪੁੱਤਰ ਪਾਸ ਗਈ ਹੈ। ਕਰ ਕਰ ਬੰਧਨ ਨਿਜ ਕਰ ਬੰਦੇ, ਤੇ ਕੋਲ ਪਹੁੰਚ ਕੇ ਤੇ ਬੰਦਨਾ ਨਮਸਕਾਰਾਂ ਕਰ ਕਰਕੇ ਹੱਥ ਜੋੜ ਬੇਨਤੀਆਂ ਕਰਨ ਲੱਗੇ। ਲਹਿ ਦਰਸ਼ਨ ਕੋ ਹਿਰਦੇ ਆਨੰਦੇ, ਤੇ ਦਰਸ਼ਨ ਕਰਕੇ ਆਪਣੇ ਹਿਰਦਿਆਂ ਵਿੱਚ ਆਨੰਦ ਪ੍ਰਾਪਤ ਕਰਦੇ ਕਿ ਗੁਰੂ ਕੇ ਪੁੱਤਰ ਦੇ ਸਾਨੂੰ ਦਰਸ਼ਨ ਹੋ ਰਹੇ ਨੇ। ਯਹ ਬਿਰਤਾਂਤ ਸਤਿਗੁਰ ਜੀ ਸੁਨਿਓ, ਤੇ ਇਹ ਜਿਹੜਾ ਬਿਰਤੰਤ ਹੈ, ਐਸਾ ਜੋ ਹਾਲ ਹੈ ਇਸ ਤਰ੍ਹਾਂ ਕਰਨ ਦਾ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਸੁਣਿਆ ਹੈ, ਬਿਗਸੇ ਬਹੁਤ ਬਦਨ ਤੇ ਭਨਿਓ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਮੁਸਕਰਾਏ ਨੇ। ਤੇ ਮੁਸਕਰਾ ਕਰਕੇ ਫਿਰ ਕਹਿਣ ਲੱਗੇ ਹਨ ਬਚਨ, ਲਵਪੁਰ ਕੀ ਸੰਗਤ ਸਮੁਦਾਈ, ਕਿ ਲਾਹੌਰ ਦੀ ਜੋ ਬਹੁਤ ਸਾਰੀ ਸੰਗਤ ਹੈ, ਮਾਨਿਓ ਬਾਕ ਨ ਕੀਨ ਤੇ ਖੁਟਾਈ, ਉਹਨਾਂ ਨੇ ਤਾਂ ਖੁਟਿਆਈ ਕੀਤੀ ਹੈ। ਇਹ ਮਨ ਵਿੱਚ ਛਲ ਜਿਹਾ ਹੀ ਸਾਡੇ ਨਾਲ ਕੀਤਾ ਹੈ, ਬੜਾ ਹੀ ਚਤੁਰ ਬਣਿਆ। ਤੇ ਜਿਹੜਾ ਵਚਨ ਅਸੀਂ ਆਖਿਆ ਉਹ ਤਾਂ ਮੰਨਿਆ ਨਹੀਂ ਹੈ। ਥਾਨ ਕਪਟ ਕੀ ਜੁਗਤ ਮਹਾਨਾ, ਤੇ ਐਸੀ ਜਿਹੜੀ ਕਪਟ ਛਲ ਕਰਨ ਵਾਲੀ ਜੋ ਜੁਗਤੀ ਚਤੁਰਾਈ ਵਾਲੀ ਉਹਨਾਂ ਨੇ ਕਰਕੇ ਵਿਖਾਈ ਹੈ ਬਹੁਤੀ, ਵਰਜੇ ਰਹੇ ਨ ਮੋ ਕਹੋ ਜਾਨਾ, ਤੇ ਸਾਨੂੰ ਉਹਨਾਂ ਨੇ ਸਮਰੱਥ ਕਰਕੇ ਜਾਣਿਆ ਨਹੀਂ ਹੈ। ਸੋ ਜਿਵੇਂ ਅਸੀਂ ਵਰਜ ਕੇ ਰੱਖੇ ਉਸ ਤਰ੍ਹਾਂ ਵਰਜੇ ਨਹੀਂ ਰਹੇ। ਇਹ ਅੰਤਰ ਤੇ ਖੋਟੇ ਰਹੈ, ਤੇ ਐਸੇ ਜਿਹੜੇ ਲੋਕ ਹਨ ਇਸ ਵੇਲੇ ਜਿਨ੍ਹਾਂ ਨੇ ਖੋਟ ਕੀਤੀ ਹੈ, ਅੰਦਰੋਂ ਖੋਟੇ ਰਹਿਣ ਵਾਲੇ ਹਨ। ਮੁਖ ਤੇ ਮਿਸ਼ਟ ਗਿਰਾ ਕੋ ਕਹੈ, ਤੇ ਮੁਖ ਤੋਂ ਤਾਂ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਨੇ। ਗੁਰ ਬਚ ਮਾਨੋ ਸਿੱਖ ਹੋਇ ਸੋਈ, ਤੇ ਜਿਹੜਾ ਗੁਰੂ ਸਾਹਿਬ ਜੀ ਦਾ ਬਚਨ ਮੰਨੇ ਉਹ ਹੀ ਸਿੱਖ ਹੁੰਦਾ ਹੈ, ਤੇ ਦੂਸਰਾ ਸਿੱਖ ਨਹੀਂ ਆਖਿਆ ਜਾਂਦਾ। ਗੁਰ ਬਾਚ ਮਾਨੇ ਸਿੱਖ ਹੈ ਸੋਈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਬਚਨ ਸਿਰ ਮੱਥੇ ਕਰਕੇ ਮੰਨਦਾ ਹੈ। ਇਨ ਕੀ ਮਤ ਲੈ ਕਬਹੁ ਨ ਕੋਈ, ਤੇ ਇਸ ਲਈ ਐਸੇ ਜਿਹੜੇ ਇਸ ਤਰ੍ਹਾਂ ਦੇ ਲੋਕ ਹਨ ਨਾ, ਜੋ ਛਲ ਕਰਕੇ ਚਤੁਰਾਈ ਦੇ ਨਾਲ ਜੋ ਬਚਨ ਹੈ ਉਸ ਨੂੰ ਨਾ ਮੰਨਣ ਦਾ ਕੋਈ ਢੰਗ ਤਰੀਕਾ ਵਰਤਣ ਵਾਲੇ, ਕਿਸ ਪ੍ਰਕਾਰ ਅਸੀਂ ਸੱਚੇ ਹੋ ਜਾਵਾਂਗੇ, ਇਹਨਾਂ ਲੋਕਾਂ ਦੀ ਗੱਲ ਕਿਸੇ ਨੇ ਨਾ ਮੰਨਣੀ। ਇਮ ਕਹਿ ਸਤਿਗੁਰ ਤੂਸ਼ਨ ਭਏ, ਇਸ ਤਰ੍ਹਾਂ ਬਚਨ ਆਖ ਕੇ ਲਾਹੌਰ ਦੀ ਸੰਗਤ ਬਾਰੇ ਮਹਾਰਾਜ ਸਾਹਿਬ ਜੀ ਫਿਰ ਚੁੱਪ ਹੋਏ। ਪਿਆਰੋ ਪੁੱਤਰ ਤਿਆਗ ਹੀ ਦਏ, ਤੇ ਪਿਆਰਾ ਪੁੱਤਰ ਸਤਿਗੁਰਾਂ ਨੇ ਤਿਆਗ ਹੀ ਦਿੱਤਾ ਬਾਬਾ ਰਾਮ ਰਾਏ। ਆਪਨ ਸਮੀਪ ਨ ਆਵਨ ਦੀਨ, ਤੇ ਆਪਣੇ ਕੋਲ ਨਹੀਂ ਆਉਣ ਦਿੱਤਾ ਆਪਣੇ ਵੱਡੇ ਪੁੱਤਰ ਨੂੰ ਸਤਿਗੁਰਾਂ। ਵਿਖਿਓ ਦੋਸ਼ ਜੋ ਕੀਨ ਸਪੀਨ, ਤੇ ਜੋ ਭਾਰੀ ਦੋਸ਼ ਕੀਤਾ ਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਅੱਖਰ ਸ਼ਬਦ ਬਦਲਣ ਦਾ ਇਹੋ ਵੇਖਿਆ ਏ ਕਿ ਗੁਨਾਹ ਕੀਤਾ ਵੱਡਾ, ਇਸ ਲਈ ਸਾਡੇ ਨਾ ਮੱਥੇ ਲੱਗੇ। ਨਵਮ ਰਾਸ ਪੂਰਨ ਅਬ ਭਈ, ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਅਸੀਂ ਜਿਵੇਂ ਕਵਿਤਾ ਛੰਦਾਬੰਦੀ ਦੇ ਰੂਪ ਦੇ ਵਿੱਚ ਇਹ 9ਵੀਂ ਰਾਸ ਦੇ ਵਿੱਚ ਕਥਾ ਬਿਆਨ ਕੀਤੀ ਹੈ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ, ਔਰ ਜਿਵੇਂ ਪ੍ਰਸੰਗ ਉਸ ਵੇਲੇ ਦੀ ਹਕੂਮਤ ਦੇ ਵੀ ਵਿੱਚ ਕਥਨ ਕੀਤੇ ਨੇ। ਤੇ ਸਤਿਗੁਰਾਂ ਦੇ ਪੁੱਤਰ ਬਾਬਾ ਰਾਮ ਰਾਏ ਜੀ ਵੱਲੋਂ ਔਰੰਗੇ ਦੀ ਸਭਾ ਵਿੱਚ ਜਾ ਕੇ ਕਰਾਮਾਤਾਂ ਦਿਖਾਉਣ ਦੇ ਵੀ ਬਿਆਨ ਕੀਤੇ ਆ। ਤੇ ਇਸ ਰਾਸ ਦੇ ਵਿੱਚ ਜੋ ਕਥਾ ਕਹੀ ਹੈ, ਜੋ ਇਹ ਰਾਸ ਹੈ ਹੁਣ ਸੰਪੂਰਨ ਹੋਈ ਹੈ। ਸ਼੍ਰੀ ਹਰਿ ਰਾਏ ਕਥਾ ਰਸਮਈ, ਤੇ ਰਸਮਈ ਜਿਹੜੀ ਆਨੰਦਮਈ ਕਥਾ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ, ਇਸ ਵਿੱਚ ਕਹੀ ਹੈ ਸਾਂ ਜੇਤਕ ਸੁਣੀ ਲਿਖੀ ਪਠ ਸਾਰੀ, ਤੇ ਜਿੰਨੀ ਅਸੀਂ ਸੁਣੀ ਹੈ ਔਰ ਜਿੰਨੀ ਅਸੀਂ ਪੜ੍ਹੀ ਹੈ ਉਹ ਹੀ ਇੱਥੇ ਲਿਖਣਾ ਕੀਤੀ ਹੈ। ਸਾਰ ਕਥਿਓ ਗੁਰ ਕੀਰਤ ਭਾਰੀ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭਾਰੀ ਮਹਿਮਾ ਦਾ ਜੋ ਸਾਰ ਸਿਧਾਂਤ ਹੈ ਉਹ ਨਾਲ ਨਾਲ ਵਿੱਚ ਕਥਨ ਕੀਤਾ ਹੈ। ਪਾਪਨ ਪੁੰਜ ਪਲਾਵਨ ਹਾਰੀ, ਇਹ ਭਾਈ ਜਾਣ ਲਓ, ਇਹ ਜੋ ਕਥਾ ਹੈ ਇਸ ਦਾ ਮਹਾਤਮ ਇਹ ਹੈ,
ਕਿ ਬਹੁਤ ਸਾਰੇ ਪਾਪਾਂ ਨੂੰ ਦੂਰ ਕਰ ਦੇਣ ਵਾਲੀ ਹੈ। ਜਿਮ ਸੁਰਸਰੀ ਬਿਮਲ ਬਰਬਾਰੀ। ਪਾਪ ਦੂਰ ਭੱਜ ਜਾਂਦੇ ਹਨ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਉਹਨਾਂ ਪਾਸੋਂ, ਤੇ ਐਸੀ ਉਜਲ ਹੈ ਜਿਵੇਂ ਕਿ ਸੁਰਸਰੀ ਗੰਗਾ ਦਾ ਜਲ ਪਵਿੱਤਰ ਮੰਨਿਆ ਜਾਂਦਾ ਹੈ ਉਸ ਦੀ ਸ਼ਰਧਾ ਕਰਨ ਵਾਲਿਆਂ ਵੱਲੋਂ। ਇਸ ਪ੍ਰਕਾਰ ਇਧਰ ਗੁਰਸਿੱਖਾਂ ਵਾਸਤੇ ਗੁਰੂ ਕੀ ਜੋ ਗੁਰ ਇਤਿਹਾਸ ਦੀ ਕਥਾ ਹੈ, ਉਜਲ ਜਲ ਵਾਲੀ, ਸ਼ਰਧਾ ਰੂਪ, ਸੋ ਅਨੇਕਾਂ ਹੀ ਗੁਣਾਂ ਵਾਲੀ, ਐਸਾ ਸ਼ਰਧਾ ਦਾ, ਸ਼ੁਭ ਗੁਣਾਂ ਦਾ, ਜਿਸ ਵਿੱਚ ਬਹੁਤ ਭਾਰੀ ਪ੍ਰਵਾਹ ਚੱਲਦਾ ਹੈ, ਐਸੀ ਉਜਲ ਕਥਾ ਹੈ। ਨਿਰਮਲ ਜਲ ਵਾਲੀ ਪ੍ਰੇਮ ਰੂਪੀ ਜਲ ਹੈ ਜਿਸ ਕਥਾ ਦੇ ਵਿੱਚ ਸਤਿਗੁਰਾਂ ਦਾ ਪ੍ਰਾਪਤ ਹੁੰਦਾ। ਸ਼੍ਰੀ ਸਤਿਗੁਰ ਕੇ ਚਰਨ ਮਨਾਏ। ਇਹ ਕਥਾ ਰੂਪੀ ਗੰਗਾ ਹੈ ਤੇ ਇਹ ਉਜਲ ਪ੍ਰੇਮ ਦੇ ਜਲ ਵਾਲੀ ਹੈ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਮਨਾ ਕਰਕੇ ਕਹੀ ਹੈ। ਪੂਰਨ ਰਾਸ ਕਰੀ ਸੁਖਦਾਏ। ਇਹ ਸੁਖਦਾਈ ਕਥਾ ਵਾਲੀ ਜੋ ਇਹ ਰਾਸ ਹੈ, ਇਹ ਪੂਰੀ ਹੁਣ ਕੀਤੀ ਹੈ ਸਤਿਗੁਰਾਂ ਦੀ ਕਿਰਪਾ ਨਾਲ। ਅਸੀਂ ਕਵੀ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ। ਕਵ ਸੰਤੋਖ ਸਿੰਘ ਗਹਿ ਗੁਰ ਸ਼ਰਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਅਸਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਰਨ ਲਈ ਹੈ। ਮਤ ਅਨੁਸਾਰ ਕਥਾ ਬਰਬਰਨੀ। ਤੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਕਥਾ ਜੋ ਸਤਿਗੁਰਾਂ ਦੀ ਸ਼ਰਨ ਲੈ ਕੇ ਹੀ ਕਹੀ ਹੈ, ਤੇ ਜਿੰਨੀ ਮਹਾਰਾਜ ਸਾਹਿਬ ਨੇ ਮੈਨੂੰ ਮੱਤ ਦਿੱਤੀ ਹੈ, ਆਪਣੀ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਮੱਤ ਦੇ ਅਨੁਸਾਰ, ਉਸ ਪ੍ਰਕਾਰ ਫਿਰ ਮੈਂ ਸਤਿਗੁਰਾਂ ਦੇ ਜਸ ਦੀ ਜਿਹੜੀ ਕਥਾ ਹੈ ਸੁੰਦਰ ਬਿਆਨ ਕਰਨ ਦਾ ਯਤਨ ਕੀਤਾ। ਗੁਰ ਜਸ ਪਾਵਨ ਕਰਤਾ ਕਹਿਓ। ਤੇ ਜੋ ਪਾਵਨ ਕਰਨ ਵਾਲਾ, ਪਵਿੱਤਰ ਕਰਨ ਵਾਲਾ ਗੁਰੂ ਕਾ ਜਸ ਹੈ, ਇਸ ਕਥਾ ਵਿੱਚ ਮੈਂ ਆਖਿਆ ਹੈ ਬੇਅੰਤ ਪਰ ਜੇਤਕ ਲਹਿਓ। ਤੇ ਬੇਅੰਤ ਹੈ ਗੁਰੂ ਕਾ ਜਸ, ਪਰ ਜਿਨ੍ਹਾਂ ਕੋ ਮੈਂ ਜਾਣਿਆ, ਜਿਨ੍ਹਾਂ ਕੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਜਾਣਨ ਦਾ ਬਲ ਬਖਸ਼ਿਸ਼ ਕੀਤਾ ਹੈ, ਉਹਨਾਂ ਕੋ ਮੈਂ ਬਿਆਨ ਕਰ ਸਕਿਆ। ਪਰ ਫਿਰ ਵੀ ਮਹਾਰਾਜ ਸਾਹਿਬ ਜੀ ਦਾ ਜੋ ਜਸ ਹੈ ਬੇਅੰਤ ਹੈ। ਸਤਿਗੁਰਾਂ ਦੇ ਜਸ ਦਾ ਅੰਤ ਨਹੀਂ ਕੋਈ ਵੀ ਪਾ ਸਕਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਥਾ ਬਾਬਤ ਕਥਾ ਬਿਆਨ ਕਰਨ ਤੇ ਨਿਮਰਤਾ ਸਹਿਤ ਜੋ ਇਹ ਵਾਕ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਹੇ ਹੈ ਕਿ ਸਤਿਗੁਰਾਂ ਦੇ ਜਸ ਵਾਲੀ ਜੋ ਸੁੰਦਰ ਕਥਾ ਹੈ, ਨਿਰਮਲ ਕਥਾ ਹੈ, ਅਸਾਂ ਕਹੀ ਹੈ। ਸਤਿਗੁਰਾਂ ਨੇ ਕਿਰਪਾ ਕਰਕੇ ਇਹ ਲਿਖਵਾਈ ਹੈ। ਮਹਾਰਾਜ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਹੈ। ਸੋ ਇੱਥੋਂ ਤੱਕ 9ਵੀਂ ਰਾਸ ਸਮਾਪਤ ਹੋਈ ਹੈ। ਇਸ ਵਿੱਚ ਜੋ ਕਥਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅਸਾਂ ਸਰਵਣ ਕੀਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਮਹਾਰਾਜ ਸਾਹਿਬ ਸਮਤ ਬਖਸ਼ਣ। ਅੱਗੇ 10ਵੀਂ ਰਾਸ ਦੇ ਵਿੱਚ ਜੋ ਗੁਰੂ ਮਹਾਰਾਜ ਸਾਹਿਬ ਜੀ ਦੀ ਕਥਾ ਅਗਲੇ ਦੀਵਾਨ ਵਿੱਚ ਜਿਵੇਂ ਆਰੰਭ ਹੋਵੇਗੀ, ਸਰਵਣ ਕਰਨੀ ਪ੍ਰੇਮ ਸਹਿਤ। ਕਵ ਸੰਤੋਖ ਸਿੰਘ ਗਹਿ ਗੁਰ ਸ਼ਰਨੀ। ਮਤ ਅਨੁਸਾਰ ਕਥਾ ਬਰਬਰਨੀ। ਗੁਰ ਜਸ ਪਾਵਨ ਕਰਤਾ ਕਹਿਓ। ਹੈ ਬੇਅੰਤ ਪਰ ਜੇਤਕ ਲਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।